गुर की बाणी अन दिन गावे, सहजे भगत करावणिया। इस काया अंदर वस्त असंखा, गुरमुख साच मिलै तां वेखां। नौ दरवाजे दसवें मुक्ता, अनहद शब्द वजावणिया। सच्चा साहिब सच्ची नाई, गुर प्रसादी मन वसाई। अन दिन सदा रहे रंगराता, दर सच्चै सोजी पावणिया। पाप पुन की सार न जानी, दूजै लागी भरम भुलाणी। अज्ञानी अंधा मग न जाने, फिर फिर आवण जावणिया। गुर सेवा ते सदा सुख पाया, हौमै मेरा ठाक रहाया। गुर साखी मिटिया अंधियारा, बजर कपाट खुलावणिया। हौमै मार मन वसाया, गुर चरणी सदा चित लाया। गुर किरपा ते मन तन निर्मल, निर्मल नाम ध्यावणिया। जीवन मरना सब तुदै ताईं, जिस बख्शे तिस दे वडियाई। नानक नाम ध्याए सदा तू, जम्मण मरण सुवारणिया। जीवन मरना सब तुदै ताईं, जिस बख्शे तिस दे वडियाई। नानक नाम ध्याए सदा तू, जम्मण मरण सुवारणिया। वाहिगुरु जी का खालसा, वाहिगुरु जी की फतेह। ये पावन पवित्र शब्द जो धन धन साहिब श्री गुरु अमरदास पातशाह जी के मुखार बिंद चों उचारण किया होया अष्टपदियां के रूप विच बाज राग दे अंदर धन धन साहिब श्री गुरु ग्रंथ साहिब महाराज जी के पावन पवित्र अंग 109 ਅਤੇ 110 ਉੱਪਰ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨੂੰ ਭਾਈ ਇਕਬਾਲ ਸਿੰਘ ਜੀ USA ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਸਮਾਂ ਹੈ ਉਹਨਾਂ ਦਾ ਸਾਡੇ ਪਾਸ ਪ੍ਰਬੰਧਕ ਸੇਵਾਦਾਰਾਂ ਵੱਲੋਂ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਦਿੱਲੀ ਦੇ ਸਮੂਹ ਗੁਰ ਇਤਿਹਾਸਕ ਸਥਾਨਾਂ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਤਿੰਨਾਂ ਦੇ ਸਹਿਯੋਗੀ ਕਰਵਾ ਰਹੇ ਹਨ। ਇਹਨਾਂ ਸੇਵਾਵਾਂ ਵਿੱਚ ਵੀ ਹਿੱਸਾ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਗੁਰੂ ਘਰ ਵਾਸਤੇ
ਲੰਗਰਾਂ ਲਈ ਰਸਦ ਅਤੇ ਕੜਾਹ ਪ੍ਰਸ਼ਾਦ ਲਈ ਦੇਸੀ ਘਿਓ ਆਪ ਜੀ ਸੇਵਾ ਕਰ ਸਕਦੇ ਹੋ। ਹਰ ਸਾਲ ਦੀ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 8 ਤਰੀਕ ਨੂੰ ਜੋ ਹੋਲੇ ਮਹੱਲੇ ਦਾ ਸਮਾਗਮ ਹੈ, ਇਸ ਵਾਰ ਵੀ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਣਾ ਹੈ। ਆਪ ਸਰਬੱਤ ਸੰਗਤਾਂ ਨੇ ਉੱਥੇ ਵੀ ਹਾਜ਼ਰੀ ਭਰ ਕੇ ਹੱਥੀਂ ਸੇਵਾ ਕਰਕੇ ਗੁਰੂ ਕਿਉਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਓ ਅਗਲੇ ਸਮੇਂ ਲਈ ਪਿਆਰ ਸਤਿਕਾਰ ਨਾਲ ਜੁੜ ਕਰਕੇ ਸ਼ਬਦ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀਓ। ਸਤਨਾਮ ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਹੈ ਤਿਹਾ ਹਉ ਕਰੀ ਵਖਿਆਨ, ਤਿਹਾ ਹਉ ਕਰੀ ਵਖਿਆਨ। ਜੁਗੋ ਜੁਗ ਅਟਲ ਕਿਰਪਾ ਨਿਧਾਨ ਜਾਗਤ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਦੂਰੋਂ ਨੇੜਿਓਂ ਚੱਲ ਕੇ ਅਤੇ ਆਧੁਨਿਕ ਸਾਧਨਾਂ ਦੇ ਰਾਹੀਂ ਬਾਲਾ ਪ੍ਰੀਤਮ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਮਹਿਰਾਮਤਾਂ ਝੋਲੀ ਪਵਾ ਰਹੇ ਵੱਡ ਭਾਗੀ ਸਤਸੰਗੀ ਜਨੋ, ਸਤਿਗੁਰਾਂ ਦੀ ਅਪਾਰ ਕਿਰਪਾ ਦਇਆ ਦ੍ਰਿਸ਼ਟੀ ਹੋਈ ਹੈ। ਸਨਮਾਨਯੋਗ ਸਿੰਘ ਸਾਹਿਬਾਨ ਵੱਲੋਂ ਆਪ ਜੀ ਨੂੰ ਇਲਾਹੀ ਬਾਣੀ ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਗੁਰਦੇਵ ਪਿਤਾ ਤਿਨਾਂ ਦੀ ਰਸਨਾ ਤੋਂ ਉਚਾਰਨ ਪਾਵਨ ਸ਼ਬਦ ਨਾਲ ਜੋੜਿਆ। ਅਸ਼ਟਪਦੀਆਂ ਵਾਲਾ ਸ਼ਬਦ ਹੈ। ਸ਼ਬਦ ਦੇ 8 ਪਦੇ ਨੇ। ਜਿਤਨੀ ਕੁ ਸੁਮਤਿਆ ਸਤਿਗੁਰੂ ਜੀ ਨੇ ਬਖਸ਼ੀ ਹੈ, ਉਹਦੇ ਮੁਤਾਬਕ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਪਾਉਣੀ ਹੈ। ਅਰਦਾਸ ਹੈ ਸਤਿਗੁਰੂ ਆਪ ਹੀ ਮਿਹਰਬਾਨ ਹੋ, ਜਿਨ੍ਹਾਂ ਦੇ ਸੀਸ ਤੇ ਛੜੀਆਂ ਰੱਖ ਕੇ ਅਰਥ ਕਰਵਾ ਲੈਂਦੇ ਹੋ, ਕਿਰਪਾ ਕਰਨੀ ਆਪ ਵਿੱਚ ਵਿਚਰਨਾ, ਸੁਮਤਿਆ ਪ੍ਰਦਾਨ ਕਰਕੇ ਗੁਰੂ ਸ਼ਬਦ ਦੀ ਨਿਆ ਭਰਪੂਰ ਵਿਚਾਰ ਕਰਨ ਦੇ ਸਮਰੱਥ ਬਣਾਉਣਾ। ਆਪ ਜੀ ਫਤਿਹ ਰੂਪ ਅੰਦਰ ਅਸੀਸ ਬਖਸ਼ੋ ਤਾਂ ਜੋ ਆਪਾਂ ਪਾਵਨ ਸ਼ਬਦ ਨਾਲ ਜੁੜ ਸਕੀਏ। ਕੋਈ ਹਿਰਦਾ ਕੋਈ ਰਸਨਾ ਵਾਂਝੀ ਨਾ ਰਵੇ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਪਰਮੇਸ਼ਵਰ ਨੇ ਮਨੁੱਖ ਨੂੰ ਜਨਮ ਦੇ ਕੇ ਸੰਸਾਰ ਤੇ ਭੇਜਿਆ, ਪਰ ਇਹਦੇ ਮੱਥੇ ਤੇ ਕੋਈ ਠੱਪਾ ਨਹੀਂ। ਇਹ ਡਾਕਟਰ ਬਣੇਗਾ, ਇਹ ਚੋਰ ਬਣੇਗਾ, ਇਹ ਇੰਜੀਨੀਅਰ ਬਣੇਗਾ। ਇਹ ਇਹਦੇ ਅੱਗੇ ਇੱਕ ਖੁੱਲਾ ਪੀਰੀਅਡ ਹੈ, ਇਹਨੇ ਜੀਵਨ ਦੇ ਵਿੱਚ ਕੀ ਕਰਨਾ ਹੈ। ਪਰ ਸਬਬ ਐਸਾ ਬਣ ਗਿਆ, ਸੰਗਤ ਐਸੀ ਹੋ ਗਈ, ਬਹੁਤਾਤ ਲੋਕਾਂ ਦੇ ਨਾਲ ਚੜ੍ਹਦਿਆਂ ਚਲਦਿਆਂ ਇਹਦਾ ਜੀਵਨ ਵੀ ਕਾਲਖ ਭਰਪੂਰ ਬਣ ਗਿਆ। ਮਨ ਦੇ
ਜਿਹੜੀ ਮੈਲ ਸੀ, ਅਗਿਆਨਤਾ ਸੀ, ਉਹ ਜੀਵਨ ਵਿੱਚ ਵਸਣੀ ਆਰੰਭ ਹੋ ਗਈ। ਸਤਿਗੁਰੂ ਨੇ ਫਿਰ ਆਵਾਜ਼ ਮਾਰ ਕੇ ਯਾਦ ਕਰਾਇਆ, ਕਹਿੰਦੇ ਮਿੱਤਰਾ, ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਏ। ਕਹਿੰਦੇ ਸੰਸਾਰ ਵਿੱਚ ਜੋ ਵੀ ਆਉਂਦਾ ਹੈ ਨਾ, ਉਹ ਕਾਲਖ ਦੇ ਨਾਲ ਲਬਰੇਜ਼ ਹੋ ਜਾਂਦਾ ਹੈ, ਭਰ ਜਾਂਦਾ ਹੈ। ਸਾਹਿਬ ਦਾਤਾ, ਮੈਂ ਇਹ ਮੈਲ, ਇਹ ਕਾਲਖ ਉਤਾਰਨੀ ਚਾਹੁੰਦਾ, ਮੈਨੂੰ ਦੱਸੋਗੇ ਮੈਂ ਉਤਾਰਨ ਦੇ ਲਈ ਕਿਸ ਜਿਹੜੀ ਜਗ੍ਹਾ ਜਾਵਾਂ, ਜਾਂ ਕਿਹੜਾ ਉਹ ਵਾਸ਼ਿੰਗ ਇਸ਼ਨਾਨ ਜਗ੍ਹਾ ਬਣੀ ਹੈ ਜਿਸ ਜਗ੍ਹਾ ਇਹ ਕਾਲਖ ਨੂੰ ਉਤਾਰਿਆ ਜਾ ਸਕਦਾ ਹੈ। ਹਜ਼ੂਰ ਦੀ ਪਾਵਨ ਬਾਣੀ 'ਚ ਬਚਨ ਹੈ, ਕਹਿਣ ਲੱਗੇ, ਗੁਰ ਦਰਿਆਓ ਸਦਾ ਜਲ ਨਿਰਮਲ। ਕਹਿੰਦੇ ਗੁਰੂ ਕੋਲ ਆ। ਗੁਰੂ ਦਾ ਐਸਾ ਸੁਭਾਅ ਹੈ, ਜਿਹੜਾ ਵੀ ਜੀਵ ਗੁਰੂ ਰੂਪੀ ਦਰਿਆ ਵਿੱਚ ਆ ਕੇ ਟੁੱਬੀ ਲਾਉਂਦਾ ਹੈ, ਇਸ਼ਨਾਨ ਕਰਦਾ ਹੈ, ਸਤਿਗੁਰੂ ਕਹਿੰਦੇ ਉਹ ਨਿਰਮਲ ਜੀਵਨ ਵਾਲਾ ਬਣ ਜਾਂਦਾ ਹੈ। ਗੁਰ ਦਰਿਆਓ ਸਦਾ ਜਲ ਨਿਰਮਲ। ਤੇ ਆਖਿਆ ਜੀ, ਜੇ ਮੈਂ ਇੱਥੇ ਆ ਜਾਵਾਂ, ਹੁਣ ਸਾਡੇ ਅੰਦਰ ਇੱਕ ਸ਼ਿਕਵਾ ਹੋਏਗਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਤਾਂ ਗੁਰਦੁਆਰੇ ਦੀ ਹਦੂਦ ਵਿੱਚ ਰਹਿਣਾ, ਸਵੇਰ ਤੋਂ ਲੈ ਕੇ ਸ਼ਾਮ ਪੈ ਜਾਂਦੀ ਹੈ, ਮੈਂ ਬਾਹਰ ਕਿਤੇ ਬਰਤਨਾਂ ਦੀ ਸੇਵਾ ਤੇ ਲੱਗ ਜਾਣਾ, ਕਿਤੇ ਜੋੜਿਆਂ ਦੀਆਂ ਸੇਵਾਵਾਂ ਕਮਾਉਣਾ, ਕਿਤੇ ਭਾਂਡਿਆਂ ਦੀਆਂ ਸੇਵਾਵਾਂ ਕਮਾਉਣਾ। ਸਤਿਗੁਰੂ, ਪਰ ਜੀਵਨ ਅਜੇ ਵੀ ਜਿਉਂ ਦਾ ਤਿਉਂ ਹੈ, ਅਜੇ ਜੀਵਨ ਚੋਂ ਫਰੇਬ ਮੁੱਕਿਆ ਨਹੀਂ, ਅਜੇ ਜੀਵਨ ਚੋਂ ਛਲ ਜਿਹੜਾ ਹੈ, ਕਪਟ ਜਿਹੜਾ ਹੈ, ਧੋਖਾ ਜਿਹੜਾ ਹੈ, ਭਟਕਣਾ, ਉਹਨੇ ਆਪਣੇ ਆਪ ਨੂੰ ਦੂਰ ਨਹੀਂ ਕੀਤਾ। ਤੇ ਉਹਦਾ ਇੱਕ ਕਾਰਨ ਹੈ, ਖਿਆਲ ਕਰਿਓ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਹੈ ਜਿਹਨੂੰ ਆਪਾਂ ਵਿਚਾਰ ਰਹੇ ਹਾਂ। ਤੇ ਹਜ਼ੂਰ ਗੁਰੂ ਅਮਰਦਾਸ ਮਹਾਰਾਜ ਅੰਮ੍ਰਿਤ ਵੇਲੇ ਜਦੋਂ ਸਿੱਖ ਚੌਂਕੜਾ ਲਾਉਂਦਾ ਹੈ ਨਿਤਨੇਮ ਵਿੱਚ, ਤੇ ਉੱਥੇ ਇੱਕ ਗੱਲ ਕਰਦੇ ਨੇ, ਕਹਿੰਦੇ ਮੈਂ ਤੈਨੂੰ ਦੱਸਾਂ ਵੀ ਚੀਜ਼ ਦਾ ਅਸਰ ਕਿਉਂ ਨਹੀਂ ਹੋ ਰਿਹਾ, ਸੇਵਾਵਾਂ ਵੀ ਕਮਾਉਣਾ ਹੈ, ਸਾਰਾ ਕੁਝ ਕਰਨਾ ਹੈ, ਕਿਹਾ ਜੀ ਰਹਿਮ ਕਰੋ। ਤੇ ਹਜ਼ੂਰ ਨੇ ਇੱਕ ਗੱਲ ਕਹੀ, ਕਹਿੰਦੇ ਭਲਿਆ ਲੋਕਾ, ਅਸਲ ਵਿੱਚ ਨਾ ਜਦੋਂ ਮਾਰਕੀਟ ਵਿੱਚ ਕਿਸੇ ਵੀ ਚੀਜ਼ ਦੀ ਵੈਲਿਊ ਵੱਧਦੀ ਹੈ, ਮੰਨ ਲਓ ਨਸ਼ੇ ਦੀਆਂ ਗੋਲੀਆਂ ਦਾ ਬਹੁਤ ਵੱਡਾ ਵਪਾਰ ਹੋਇਆ, ਇਹਦਾ ਮਤਲਬ ਮੰਗ ਜ਼ਿਆਦੀ ਹੈ, ਲੋਕੀ ਮੰਗ ਰਹੇ ਨੇ। ਮੌਜੂਦਾ ਦੌਰ ਵਿੱਚ ਸ਼ਿੰਗਾਰ ਦਾ ਸਮਾਨ ਬਹੁਤ ਵੱਡੀ ਤਾਦਾਦ 'ਚ ਵਿਕਦਾ ਹੈ। ਹਜ਼ੂਰ ਕਿਉਂ? ਸਾਹਿਬ ਕਹਿਣ ਲੱਗੇ, ਬੰਦਾ ਨਾ ਅੰਦਰੋਂ ਨਿਰਮਲ ਨਹੀਂ ਹੋਣਾ ਚਾਹੁੰਦਾ, ਬਾਹਰ ਤੋਂ ਦਿਖਣਾ ਚਾਹੁੰਦਾ ਹੈ, ਬਾਹਰ ਤੋਂ ਆਪਣੇ ਆਪ ਨੂੰ ਨਿਰਮਲ ਪ੍ਰਗਟ ਕਰਨਾ ਚਾਹੁੰਦਾ ਹੈ, ਮੇਰੇ ਤੇ ਕੋਈ ਮੈਲ ਨਹੀਂ। ਪਰ ਜੀਓ ਕੀ ਹੈ? ਜੀਓ ਮੈਲੇ, ਅੰਦਰੋਂ ਬਿਲਕੁਲ ਮੈਲ ਹੈ, ਮੈਲ ਨਾਲ ਭਰਿਆ ਹੋਇਆ। ਇਵਨ ਮੈਂ ਖਿਮਾ ਮੰਗ ਕੇ ਕਹਿ ਦਿਆਂ, ਬੈਠਾ ਧਾਰਮਿਕ ਅਸਥਾਨਾਂ ਤੇ ਹੋਵੇਗਾ, ਉੱਥੇ ਵੀ ਮਨ ਦੇ ਵਿੱਚ ਕੋਈ ਨਾ ਕੋਈ ਬੁਰਿਆਈ ਜਨਮ ਲੈ ਕੇ ਇਹਨੂੰ ਅੰਦਰੋਂ ਅੰਦਰੀ ਛਾਣ ਰਹੀ ਹੈ। ਹਜ਼ੂਰ ਕਹਿਣ ਲੱਗੇ, ਮੈਂ ਤੈਨੂੰ ਦੱਸਣਾ ਚਾਹੁੰਦਾ, ਮਨੁੱਖ ਅੰਦਰੋਂ ਮੈਲਾ ਹੈ, ਪਰ ਬਾਹਰ ਤੋਂ ਜਿਵੇਂ ਸ਼ਿੰਗਾਰ ਕਰ ਲਈਦਾ ਨਾ, ਸ਼ਿੰਗਾਰ ਨਾਲ ਚਿਹਰੇ ਦਾ ਸੁਹੱਪਣ, ਸ਼ਿੰਗਾਰ ਦੇ ਨਾਲ ਬਾਹਰੀ ਫਿਜ਼ੀਕਲੀ ਬਾਡੀ ਦਾ ਸੁਹੱਪਣ, ਸੰਸਾਰ ਵੇਖ ਵੇਖ ਕੇ ਪ੍ਰਭਾਵਿਤ ਹੋ ਜਾਂਦਾ ਹੈ, ਬੰਦਾ ਕਿੱਡਾ ਭਲਾ ਹੈ, ਇਹਦੇ ਕੱਪੜੇ ਜਾਂ ਇਹਦਾ ਕੀਤਾ ਦਾਨ ਪੁੰਨ, ਇਹਦੇ ਕੀਤੇ ਧਰਮ ਦੇ ਕਾਰਜ, ਉਹ ਮੈਨੂੰ ਇਹ ਸਮਝਾ ਰਹੇ ਨੇ ਮੈਂ ਕਿੰਨਾ ਚੰਗਾ। ਪਰ ਸਤਿਗੁਰੂ ਕਹਿੰਦੇ ਅਸਲ ਵਿੱਚ ਇਹਨੇ ਆਪਣੇ ਅੰਦਰ ਨੂੰ ਛੁਪਾਇਆ। ਫਰਜ਼ ਇਹ ਬਣਦਾ ਸੀ ਮਨੁੱਖ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਹੋ ਜਾਂਦਾ। ਇਹ ਦੋ ਪੌੜੀਆਂ ਹਨ। ਪਹਿਲੀ ਚ ਕਹਿ ਦਿੱਤਾ ਜੀਓ ਮੈਲੇ, ਬਾਹਰੋਂ ਨਿਰਮਲ, ਤੇ ਫਿਰ ਕਹਿ ਦਿੱਤਾ ਜਿਹੜਾ ਲੋਕਾਂ ਤੇ ਗੁਰੂ ਦੀ ਬਖਸ਼ਿਸ਼ ਵਾਪਰ ਜਾਂਦੀ ਹੈ, ਉਹ ਫਿਰ ਅੰਦਰੋਂ ਵੀ ਜੀਓ ਵੀ ਨਿਰਮਲ ਹੋ ਜਾਂਦੇ ਨੇ ਤੇ ਬਾਹਰੋਂ ਵੀ ਨਿਰਮਲ ਹੋ ਜਾਂਦੇ ਨੇ। ਸਤਿਗੁਰੂ ਕਹਿਣ ਲੱਗੇ, ਇਹ ਗੁਰੂ ਰੂਪੀ ਦਰਿਆਓ ਹੈ, ਇਹਦੇ ਵਿੱਚ ਆ ਇਸ਼ਨਾਨ ਕਰ, ਕਿਉਂਕਿ ਗੁਰੂ ਦੀ ਡਿਊਟੀ ਹੀ ਇਹ ਲੱਗੀ। ਪਰਮੇਸ਼ਵਰ ਨੇ ਜਨਮ ਦਿੱਤਾ, ਹਜ਼ੂਰ ਨੇ ਕਿਹਾ ਮੇਰਾ ਕਰਮ ਅਕਾਲ ਪੁਰਖ ਦਾਤੇ ਨੇ, ਕਹਿੰਦੇ ਮੇਰਾ ਕਰਮ ਕੇਵਲ ਤੇ ਕੇਵਲ ਸੰਸਾਰ ਤੇ ਭੇਜਣਾ ਹੈ, ਪਰ ਉਹਦੇ ਤੋਂ ਬਾਅਦ ਆਪਣੇ ਆਪ ਨੂੰ ਸਵਾਰਨਾ ਤੂੰ ਗੁਰੂ ਕੋਲ ਜਾ ਕੇ ਹੈ। ਇਹੀ ਕਾਰਨ ਹੈ ਸਾਡੇ ਜੀਵਨ ਵਿੱਚ ਸਭ ਤੋਂ ਜ਼ਿਆਦਾ ਫੰਕਸ਼ਨ ਜਾਂ ਸਭ ਤੋਂ ਜ਼ਿਆਦਾ ਜ਼ਰੂਰਤ ਸਾਨੂੰ ਗੁਰੂ ਦੀ ਹੈ। ਹਜ਼ੂਰ ਕਹਿੰਦੇ ਆ ਵੇਖ, ਪਰਮੇਸ਼ਵਰ ਨੇ ਕੁਝ ਬੀਜ ਸੁੱਟੇ ਜਾਂ ਪਰਿੰਦੇ ਲੈ ਕੇ ਉੱਡ ਗਏ, ਉਹ ਜਿੱਥੇ ਜਿੱਥੇ ਵੀ ਡਿੱਗੇ ਉੱਥੇ ਅਨੇਕਾਂ ਬਨਸਪਤੀ ਜਿਹੜੀ ਪੈਦਾ ਹੋ ਗਈ, ਪਰ ਉਹਨੂੰ ਸੰਸਾਰ ਨੇ ਕਿਹਾ ਇਹ ਜੰਗਲ ਹੈ,
ਜੰਗਲ 'ਚੋਂ ਡਰ ਲੱਗਿਆ, ਪਰ ਦੂਜੇ ਪਾਸੇ ਇੱਕ ਮਾਲੀ ਦੀ ਜੌਬ ਸੀ, ਉਹਦੀ ਡਿਊਟੀ ਸੀ, ਤੂੰ ਇਸੇ ਜੰਗਲ 'ਚੋਂ ਕੁਝ ਬੂਟਿਆਂ ਨੂੰ ਪੁੱਟ, ਇਹਦੇ ਅੰਦਰ ਪਗਡੰਡੀਆਂ ਬਣਾ, ਤੇ ਇਹਦਾ ਦੂਜਾ ਨਾਮ ਉਹਨੇ ਸਵਾਰ ਕੇ ਰੱਖ ਦਿੱਤਾ ਬਾਗ। ਦੋਵਾਂ 'ਚ ਆਹੀ ਫਰਕ ਹੈ। ਬਾਗ ਵੱਲ ਬੰਦਾ ਬੇਪਰਵਾਹ ਹੋ ਕੇ ਜਾਂਦਾ ਹੈ, ਪਤਾ ਉੱਥੇ ਡਰ ਨਹੀਂ, ਭੌ ਨਹੀਂ, ਬਲਕਿ ਅੰਦਰ ਨੂੰ ਸਕੂਨ ਮਿਲੇਗਾ। ਪਰ ਕਹਿੰਦੇ ਜੰਗਲ ਵੱਲ ਨਹੀਂ। ਸਤਿਗੁਰੂ ਕਹਿੰਦੇ ਮਨੁੱਖ ਨੂੰ ਜਨਮ ਦੇ ਕੇ ਤੋਰ ਦਿੱਤਾ, ਹੁਣ ਤੂੰ ਗੁਰੂ ਕੋਲ ਆਏਗਾ ਤੇ ਗੁਰੂ ਦੱਸੇਗਾ ਜੀਵਨ ਵਿੱਚ ਬੀਜਣਾ ਕੀ ਹੈ, ਕਿਵੇਂ ਸੇਵਾ ਤੇ ਸਿਮਰਨ ਦਾ ਬੂਟਾ ਲੱਗੇਗਾ, ਕਿਵੇਂ ਜੀਵਨ ਵਿੱਚ ਸਤ ਸੰਤੋਖ ਸਰਬਜੀ ਦਇਆ ਆਉਣਗੇ। ਕਹਿੰਦੇ ਜਦੋਂ ਆਹ ਦਾਤਾਂ ਨਾਲ ਜੁੜੇਗਾ ਨਾ, ਸਮਝ ਲਈ ਉਦੋਂ ਗੁਰੂ ਦੀਆਂ ਰਹਿਮਤਾਂ ਦਾ ਪਾਤਰ ਬਣ ਗਏ ਹੋ, ਉਦੋਂ ਤੂੰ ਇਸ ਮਾਰਗ ਦੇ ਉੱਤੇ ਚੱਲ ਪਿਓ। ਹੁਣ ਆਖਿਆ ਧੰਨ ਗੁਰੂ ਅਮਰਦਾਸ ਮਹਾਰਾਜ, ਤੁਹਾਡਾ ਤੇ ਆਪਣਾ ਜੀਵਨ ਬਹੁਤ ਵੱਡਾ ਹੈ, ਪਤਾ ਨਹੀਂ ਜੀਵਨ ਵਿੱਚ ਕਿਹੜੀਆਂ ਕਿਹੜੀਆਂ ਜਗ੍ਹਾ ਤੇ ਸਤਿਗੁਰੂ ਆਪ ਜੀ ਨੂੰ ਜਾਣਾ ਪਿਆ, ਵਿਚਰ ਕੇ ਆਏ ਹੋ। ਅੱਜ ਮੈਨੂੰ ਉਸੇ ਜੀਵਨ ਚੋਂ ਕੁਝ ਅਮੋਲਕ ਦਾਤ ਬਖਸ਼ੋ, ਜਿਨ੍ਹਾਂ ਦਾ ਤਜਰਬਾ ਹੁੰਦਾ ਨਾ ਜੀ, ਸਾਰਾ ਕੁਝ ਕਿਤਾਬਾਂ 'ਚ ਨਹੀਂ, ਸਾਰਾ ਕੁਝ ਧਾਰਮਿਕ ਲੈਕਚਰਾਂ 'ਚ ਨਹੀਂ, ਜਿਨ੍ਹਾਂ ਕੋਲ ਜੀਵਨ ਦਾ ਤਜਰਬਾ ਹੈ, ਉਹਨਾਂ ਨੇ ਆਪਣਾ ਤਜਰਬਾ ਮਨੁੱਖ ਦੀ ਝੋਲੀ ਪਾ ਕੇ ਇਹਦੇ ਜੀਵਨ ਨੂੰ ਸਵਾਰਿਆ। ਅੱਜ ਦੀਨਾ ਬੰਧੂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਜੀਵਨ ਦਾ ਬਹੁਤਾ ਸਮਾਂ ਜਿਹੜਾ ਹੈ ਉਹ ਜਗ੍ਹਾ ਪ੍ਰਤੀ ਜਗ੍ਹਾ ਜਾਣ ਦਾ ਸਬੱਬ ਬਣਿਆ, ਅਨੇਕਾਂ ਜਗ੍ਹਾ ਤੇ ਵਿਚਰੇ, ਅਨੇਕਾਂ ਜਗ੍ਹਾ ਤੇ ਗਏ, ਤੇ ਅੱਜ ਉਸੇ ਦਾਤੇ ਨੇ ਸਾਡੀ ਝੋਲੀ ਦੇ ਵਿੱਚ ਜਿਹੜੀ ਪਾਵਨ ਸ਼ਬਦ ਦੀ ਦਾਤ ਪਾਈ ਹੈ, ਗੁਰੂ ਕੇ ਬਚਨ ਜਿਹੜੇ ਦੱਸੇ ਨੇ ਆਪਣੇ ਜੀਵਨ ਦੇ ਤਜਰਬੇ ਵਿੱਚੋਂ। ਸਭ ਕਹਿੰਦੇ ਮੈਂ ਤੈਨੂੰ ਦੱਸਣਾ ਚਾਹੁੰਦਾ, ਮਨੁੱਖ ਆਉਂਦਾ ਹੈ, ਧਾਰਮਿਕ ਕਰਮ ਵੀ ਬੜੇ ਕਰਦਾ ਹੈ, ਪਰ ਇਹਨਾਂ ਧਾਰਮਿਕ ਕਰਮਾਂ ਦੇ ਵਿੱਚ ਉਹਦੇ ਜੀਵਨ ਦਾ ਰਸ, ਉਹਦੇ ਜੀਵਨ ਦਾ ਆਨੰਦ ਉਹ ਨਹੀਂ ਮਿਲਦਾ। ਹਜ਼ੂਰ ਦੇ ਬਚਨ ਨੇ ਪਹਿਲੇ ਘਰ ਵਿੱਚ ਗਾਣ ਦੀ ਹਦਾਇਤ ਕੀਤੀ ਹੈ, ਮਾਝ ਰਾਗ ਹੈ। ਮੇਰੇ ਸਤਿਗੁਰੂ ਕਹਿਣ ਲੱਗੇ, ਪਾਵਨ ਰਹਾਉ ਦੀਆਂ ਪੰਕਤੀਆਂ ਹਨ, ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸਾਡੀ ਝੋਲੀ ਦੇ ਵਿੱਚ ਇਹ ਦਾਤ, ਇਹ ਬਖਸ਼ਿਸ਼, ਇਹ ਰਹਿਮਤ ਜਿਹੜੀ ਹੈ ਉਹ ਸਾਨੂੰ ਨਵਾਜਣਾ ਕੀਤਾ ਹੈ। ਕਹਿਣ ਲੱਗੇ, ਹਉ ਵਾਰੀ ਜੀਓ ਵਾਰੀ, ਸਤਿਗੁਰ ਕੈ ਬਲਿਹਾਰਣਿਐ। ਸਤਿਗੁਰੂ ਕਹਿਣ ਲੱਗੇ, ਮੈਂ ਤੁਹਾਡੇ ਤੋਂ ਹੈ ਮੇਰੇ ਦਾਤਾ ਕੁਰਬਾਨ ਜਾਨਾ, ਵਾਰਨੇ ਜਾਨਾ। ਹਉ ਵਾਰੀ, ਹਉ ਵਾਰਨਾ, ਕੁਰਬਾਨ ਤੇਰੇ ਨਾਮ ਨੂੰ ਮੈਂ ਤੇਰੇ ਤੋਂ ਕੁਰਬਾਨ ਜਾਨਾ। ਪੁੱਛਿਆ ਜੀ ਕਿਉਂ? ਕਹਿਣ ਲੱਗੇ, ਆ ਪਾਣੀ ਦੀ ਇੱਕ ਗੰਦੀ ਜੀ ਬੂੰਦ, ਮੈਂ ਨਹੀਂ ਕਹਿ ਰਿਹਾ, ਹਜ਼ੂਰ ਕਹਿੰਦੇ ਪਾਣੀ ਮੈਲਾ, ਪਾਣੀ ਦੀ ਇੱਕ ਗੰਦੀ ਜੀ ਬੂੰਦ ਚੋਂ ਆ ਮੇਰੀ ਫਿਜ਼ੀਕਲੀ ਘਾੜਤ ਘੜ ਦਿੱਤੀ। ਵੇਖੋ ਇੱਕ ਗੱਲ ਯਾਦ ਰੱਖਿਓ, 10ਵੀਂ ਮਾਸੀ ਹੁਕਮ ਬਾਲਕ ਜਨਮ ਲਿਆ, ਤਕਰੀਬਨ 9 ਤੋਂ 10 ਮਹੀਨੇ ਦੇ ਸਮੇਂ 'ਚ ਮਨੁੱਖਾ ਸਰੀਰ ਜਿਹੜਾ ਧਰਤੀ ਤੇ ਆਇਆ। ਇੰਨੇ ਸਮੇਂ ਵਿੱਚ ਅਨੇਕਾਂ ਪ੍ਰਕਾਰ ਦੇ ਪਦਾਰਥ ਇਸ ਮੂੰਹ ਦੇ ਰਾਹੀਂ ਮਨੁੱਖ ਨੇ ਖਾਏ, ਅਨੇਕਾਂ ਪ੍ਰਕਾਰ ਦੇ ਪਦਾਰਥਾਂ ਨੂੰ ਪੀਤਾ, ਸਾਰਾ ਕੁਝ ਵੇਸਟੇਜ ਬਣ ਕੇ ਸਰੀਰ ਤੋਂ ਨਿਕਲ ਗਿਆ। ਪਰ ਇੱਕ ਤੇਰੀ ਘਾੜਤ ਵਾਹਿਗੁਰੂ ਨੇ ਐਸੀ ਟਿਕਾ ਦਿੱਤੀ, ਇੱਕ ਕਣ ਨੂੰ ਅੰਦਰ ਟਿਕਾ ਦਿੱਤਾ। ਕਹਿਣ ਲੱਗੇ, ਐਡਾ ਸੋਹਣਾ ਸਰੀਰ ਧਾਰ ਕੇ ਆ ਗਿਆ। ਔਰ ਅੱਜ ਮੈਨੂੰ ਖਿਮਾ ਕਰਿਓ, ਕਦੀ ਵੇਖਿਆ ਜੇ ਤਕਰੀਬਨ ਬਹੁਤਿਆਂ ਲੋਕਾਂ ਦੇ ਵਿੱਚ ਡਾਇਬਟੀਜ਼ ਦੀ ਪ੍ਰੋਬਲਮ ਹੈ, ਸ਼ੂਗਰ ਦੀ ਪ੍ਰੋਬਲਮ ਹੈ, ਤੇ ਆਪਾਂ ਆਮ ਕਹਿੰਦੇ ਆ ਵੀ ਡਾਇਲਿਸਿਸ ਕਰਾਉਣਾ ਪੈਂਦਾ ਹੈ। ਸਿਰਫ ਇੱਕ ਸਰੀਰ ਦੇ ਅੰਗ ਨੇ ਆਪਣਾ ਕੰਮ ਛੱਡਿਆ ਜੀ, ਸਿਰਫ ਇੱਕ ਸਰੀਰ ਦੇ ਅੰਗ ਨੇ, ਤੇ ਮਨੁੱਖ ਦਾ ਜੀਵਨ ਨਰਕ ਬਣ ਗਿਆ। ਦਵਾਈਆਂ ਦੇ ਢੇਰ ਲੱਗ ਗਏ, ਜੀਵਨ ਦਾ ਪਤਾ ਲੱਗ ਗਿਆ, ਇਹ ਖਤਰੇ ਦੀਆਂ ਪੌੜੀਆਂ, ਰੈੱਡ ਲਾਈਨ ਆ ਗਈ ਹੈ, ਖਤਰੇ ਦੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਹੈ। ਸਤਿਗੁਰੂ ਕਹਿੰਦੇ, ਉਹ ਮਨਾ, ਜਿਨੇ ਆ ਸਾਰਾ ਢਾਂਚਾ ਤੈਨੂੰ ਦਿੱਤਾ ਏ, ਉਹਦਾ ਸ਼ੁਕਰ ਕਰਿਆ ਕਰ। ਜਿਹਦਾ ਦਿੱਤਾ ਹੋਇਆ ਖਾਂਦਾ ਪਿਆ, ਪਹਿਨਦਾ ਪਿਆ, ਆਨੰਦ ਮਾਣਨਾ ਜੀਵਨ ਦੇ। ਕਹਿਣ ਲੱਗੇ, ਇੱਕ ਅੰਗ ਦੀ ਮੁਤਾਜ਼ਗੀ ਤੈਨੂੰ ਕਿੰਨਾ ਮਜਬੂਰ ਕਰ ਦਿੰਦੀ, ਕਿੰਨੀਆਂ ਦੁੱਖਾਂ ਚੋਂ, ਤਕਲੀਫਾਂ ਚੋਂ, ਵਿਪਤਾਵਾਂ ਚੋਂ ਨਿਕਲਦਾ। ਸਤਿਗੁਰੂ ਮੈਂ ਤਾਂ ਹੀ ਤੇ ਕੁਰਬਾਨ ਜਾਣ ਲਈ ਆਇਆ। ਮੇਰੇ ਮਾਲਕ, ਮੈਂ ਕੁਰਬਾਨ ਜਾਣਾ, ਜਿਨੇ ਮੈਨੂੰ ਇਹ 5 ਭੂਤਕ ਕਾਇਆ ਦਿੱਤੀ, ਤੇ ਉਹਦੇ ਤੋਂ ਵੀ ਵੱਡੀ ਦਾਤ ਦੇ ਅਰੋਗਤਾ ਦਿੱਤੀ। ਸਰੀਰ ਦੇ ਵਿੱਚ ਰੋਗ ਕੋਈ ਨਹੀਂ। ਹਜ਼ੂਰ ਨੇ ਬਚਨ ਕੀਤਾ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਹਉ ਵਾਰੀ ਜੀਓ ਵਾਰੀ, ਸਤਿਗੁਰ ਕੈ ਬਲਿਹਾਰਣਿਐ।
ਗੁਰਮਤੀ ਪ੍ਰਗਾਸ ਹੋਆ ਜੀ। ਅਨ ਦਿਨ ਹਰ ਗੁਣ ਗਾਵਣਿਆ। ਸਤਿਗੁਰੂ ਕਹਿਣ ਲੱਗੇ ਹੁਣ ਗੁਰੂ ਦੀ ਮੱਤ ਦਾ ਅੰਦਰ ਪ੍ਰਕਾਸ਼ ਹੋ ਗਿਆ, ਚਾਨਣਾ। ਕਿਉਂਕਿ ਜੀਵਨ ਆਮ ਕਰਕੇ ਹਨੇਰੇ ਦੇ ਦਿਨ ਦੇ ਵਿੱਚ ਵੀ ਰਸਤੇ ਉਹੀ ਨੇ, ਦਿਨ ਦੇ ਵਿੱਚ ਰਾਹਾਂ 'ਚ ਕੋਈ ਫਰਕ ਨਹੀਂ ਪਿਆ, ਮਾਈਲ ਵੀ ਓਨੇ ਨੇ, ਕਿਲੋਮੀਟਰ ਵੀ ਓਨੇ ਨੇ, ਸੇਮ ਰੋਡ ਹੈ, ਪਰ ਦੋਵਾਂ 'ਚ ਫਰਕ ਹੈ, ਇੱਕ ਦਿਨ ਦਾ ਸਫ਼ਰ, ਇੱਕ ਰਾਤ ਦਾ। ਰਾਤ ਡਰ ਵਿੱਚ ਹੈ। ਆਖਿਆ ਜੀ ਇਹ ਰਾਤ ਬਣੀ ਕਿਉਂ? ਧੰਨ ਗੁਰੂ ਗ੍ਰੰਥ ਸਾਹਿਬ ਦਾਤਾ ਜੀ ਨੇ ਕਿਹਾ ਬਿਨ ਸ਼ਬਦ ਹੈ ਅੰਤਰ ਹਨੇਰਾ। ਅੰਦਰ ਹਨੇਰਾ ਬਣਿਆ ਗੁਰੂ ਦੇ ਸ਼ਬਦ ਤੋਂ ਬਿਨਾ। ਆ ਜਿੰਨਾ ਕੁਝ ਤੁਸੀਂ ਵਰਤਾਰਾ ਵਾਚ ਕਰਦੇ ਪਏ ਹੋ, ਵੇਖਦੇ ਪਏ ਹੋ, ਰਿਸ਼ਤਿਆਂ 'ਚੋਂ ਯਕੀਨ ਉੱਠਦਾ ਜਾ ਰਿਹਾ ਹੈ। ਆਪਦੇ ਹੀ ਬੱਚੇ ਮਾਪਿਆਂ ਦਾ ਜਿਹੜਾ ਹੈ ਉਹ ਗਲਾ ਘੋਟ ਰਹੇ ਨੇ, ਆਪਦੇ ਹੀ ਬੱਚੇ ਮਾਪਿਆਂ ਦਾ ਸਿਰ ਨਿਵਾਣ ਤੇ ਲੱਗ ਗਏ ਨੇ। ਅਨੇਕਾਂ ਪ੍ਰਕਾਰ ਦੇ ਪਰਦੇ ਮਨੁੱਖੀ ਜੀਵਨ ਵਿੱਚ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਨੇ। ਅਰ ਮੈਂ ਖਿਮਾ ਮੰਗ ਕੇ ਕਵਾਂ, ਸੰਸਾਰ ਅੱਜ ਤੋਂ 20 ਸਾਲ ਪਹਿਲਾਂ ਇੰਨੇ ਡਾਕਟਰੀ ਲੈਵਲ ਦੇ ਜਿਹੜੇ ਉਪਕਰਨ ਨਹੀਂ ਸਨ, ਇੰਨੇ ਵੱਡੇ ਵੱਡੇ ਹਸਪੀਟਲ ਨਹੀਂ ਸਨ, ਪਰ ਉਦੋਂ ਮਨੁੱਖ ਜਿੰਨਾ ਦੁਖੀ ਸੀ ਅੱਜ ਉਹਦੇ ਤੋਂ 10 ਗੁਣਾ ਜ਼ਿਆਦਾ ਹੈ। ਆਧੁਨਿਕ ਸਾਧਨ ਤੇ ਹੈ, ਬੰਦਾ ਵਾਚ ਤੇ ਕਰ ਰਿਹਾ ਕੌਣ ਕਿੱਥੇ ਕਦੋਂ ਕੀ ਕਰਦਾ ਹੈ, ਪਰ ਉਹਦੇ ਬਾਵਜੂਦ ਅੰਦਰੋਂ ਦੁਖੀ ਹੈ। ਤੁਸੀਂ ਵੇਖਿਆ ਹੋਵੇਗਾ ਸਾਡੀਆਂ ਖੁਸ਼ੀਆਂ ਕੇਵਲ ਚੰਦ ਮਿੰਟਾਂ ਦੀਆਂ ਰਹਿ ਗਈਆਂ। ਵਿਆਹ ਬਸ ਚੰਦ ਕੁ ਘੜੀਆਂ ਚਿਹਰੇ ਤੇ ਗਲੋ ਆਉਂਦਾ, ਖੁਸ਼ੀ ਆਉਂਦੀ, ਉਹਦੇ ਤੋਂ ਬਾਅਦ ਚਲਾ ਗਿਆ। ਨਵਾਂ ਘਰ, ਨਵੀਆਂ ਕਾਰਾਂ, ਨਵੇਂ ਪਦਾਰਥ ਖਰੀਦਣ ਦੇ ਬਾਵਜੂਦ ਅੰਦਰ ਦਾ ਵਿਕਾਸ, ਅੰਦਰ ਦਾ ਖੇੜਾ। ਹਾਂ ਪੜ੍ਹ ਮੈਂ ਵੀ ਲੈਣਾ, ਪੜ੍ਹ ਤੁਸੀਂ ਵੀ ਲੈਂਦੇ ਹੋ, ਨਾਨਕ ਭਗਤਾਂ ਸਦਾ ਵਿਕਾਸ, ਪਰ ਉਹ ਵਿਕਾਸ ਅੰਦਰ ਹੈ ਨਹੀਂ, ਉਹ ਸਕੂਨ ਅੰਦਰ ਹੈ ਨਹੀਂ। ਰੱਬ ਪਰਮੇਸ਼ਵਰ ਦਾ ਦਿੱਤਾ ਸਾਰਾ ਕੁਝ ਹੈ, ਘਰ-ਬਾਰ ਚੱਲ ਰਿਹਾ ਹੈ, ਪਰਿਵਾਰ ਚੱਲ ਰਿਹਾ ਹੈ, ਬੱਚੇ ਐਜੂਕੇਟਡ ਨੇ, ਪੜ੍ਹੇ ਜਾ ਰਹੇ ਨੇ, ਮਾਂ ਪਿਓ ਦੀ ਕੇਅਰ ਕਰ ਰਹੇ ਨੇ। ਇੰਨਾ ਕੁਝ ਹੋਣ ਦੇ ਬਾਵਜੂਦ ਕਦੀ ਮਨੁੱਖ ਦੇ ਚਿਹਰੇ ਨੂੰ ਪੜ੍ਹਨ ਦਾ ਸਬੱਬ ਬਣੇ ਤੇ ਵਾਚ ਕਰਿਓ, ਉਹਦੇ ਚਿਹਰੇ ਤੋਂ ਉਦਾਸੀ ਦਾ ਝਲਕਾਰਾ ਪਏਗਾ, ਉਹਦੇ ਚਿਹਰੇ ਦੇ ਉੱਤੋਂ ਜਿਹੜੀ ਅੰਦਰ ਦੀ ਨਿਰਾਸ਼ਤਾ ਨਜ਼ਰ ਆਵੇਗੀ। ਸਤਿਗੁਰੂ ਮਿਹਰ ਕਰੋ। ਹਜ਼ੂਰ ਕਹਿੰਦੇ ਇਹਦਾ ਇੱਕੋ ਇਲਾਜ ਹੈ, ਗੁਰੂ ਕੋਲ ਆ ਕੇ ਜੋਦੜੀ ਕਰ, ਮੇਰੇ ਅੰਦਰ ਪ੍ਰਕਾਸ਼ ਹੋ ਜਾਏ, ਗੁਰੂ ਮਤ ਦਾ ਪ੍ਰਕਾਸ਼ ਹੋ ਜਾਏ। ਤਾਂ ਹੀ ਤੇ ਸਿੱਖ ਅਰਦਾਸ ਕਰਦਾ, ਸਾ ਮਤ ਦਿਓ ਦਿਆਲ ਪ੍ਰਭ ਜਿਤ ਤੁਮੈ ਅਰਾਧਾਂ। ਮੈਨੂੰ ਉਹ ਮਤ ਦਿਓ ਜਿਸ ਮਤ ਵਿੱਚੋਂ ਤੁਹਾਡਾ ਨਾਮ ਆਵੇ, ਉਹ ਮਤ ਦਿਓ, ਕਿਉਂਕਿ ਮਤ ਦਾ ਸੰਬੰਧ ਗੁਰੂ ਨਾਲ ਹੈ। ਦੁਰਮਤ ਨਹੀਂ ਮੰਗੀ, ਗੁਰਮਤ ਮੰਗੀ ਹੈ, ਗੁਰੂ ਦੀ ਮਤ ਮੰਗੀ ਹੈ। ਤੇ ਜਦੋਂ ਗੁਰੂ ਅੰਦਰ ਆ ਗਿਆ, ਹਜ਼ੂਰ ਕਹਿੰਦੇ ਗੁਰ ਬਿਨ ਘੋਰ ਅੰਧਾਰ। ਹਜ਼ੂਰ ਨੇ ਕਿਹਾ, ਕਹਿੰਦੇ ਆ ਵੇਖ ਤੈਨੂੰ ਦੱਸਾਂ, ਅਨੇਕਾਂ ਸੂਰਜ ਵੀ ਚੜ ਜਾਣਾ ਤਾਂ ਵੀ ਅੰਦਰ ਚਾਨਣਾ ਨਹੀਂ, ਜੇ ਗੁਰੂ ਦੀ ਬਖਸ਼ਿਸ਼, ਗੁਰੂ ਦਾ ਸ਼ਬਦ ਨਹੀਂ ਵਰਤਿਆ। ਤਾਂ ਹੀ ਤੇ ਗੁਰਬਾਣੀ ਇਸ ਜੱਗ ਮੈਂ ਚਾਨਣ ਹੈ। ਹੁਣ ਜਿਹੜਿਆਂ ਹਿਰਦਿਆਂ 'ਚ ਗੁਰਬਾਣੀ ਦਾ ਚਾਨਣ ਹੈ, ਪ੍ਰਕਾਸ਼ ਹੈ, ਉਹ ਜੀਵਨ ਆਨੰਦਿਤ ਨੇ। ਪਰ ਜਿਨ੍ਹਾਂ ਜੀਵਨਾਂ ਵਿੱਚ ਗੁਰਬਾਣੀ ਦਾ ਪ੍ਰਕਾਸ਼ ਨਹੀਂ, ਉਦਾਸੇ ਗਏ। ਸਾਹਿਬ ਕਹਿਣ ਲੱਗੇ ਗੁਰਮਤੀ ਪ੍ਰਗਾਸ ਹੋਆ ਜੀ, ਅਨ ਦਿਨ ਹਰ ਗੁਣ ਗਾਵਣਿਆ। ਸਾਹਿਬ ਕਹਿੰਦੇ ਦਾਤਾ ਇਹ ਮਿਹਰ ਕਰੋ, ਹਰ ਪਲ ਹਰ ਘੜੀ ਮੈਂ ਤੁਹਾਡੀਆਂ ਗੁਣਾਂ ਨੂੰ ਗਾਵਾਂ। ਹੁਣ ਖਿਆਲ ਕਰੀਏ ਜੀ, ਗੁਣ ਗਾਉਣੇ ਕਿਉਂ ਨੇ? ਬੰਦੇ ਵਿੱਚ ਮੰਨ ਲਓ ਕੋਈ ਡਰਾਈਵਿੰਗ ਵਧੀਆ ਕਰਦਾ ਹੈ, ਆਪਾਂ ਕਹਿੰਦੇ ਆ ਵੀ ਬੜਾ ਸੋਹਣਾ ਡਰਾਈਵਰ ਹੈ, ਉਹਦਾ ਗੁਣ ਹੈ। ਤੇ ਹੁਣ ਮੈਂ ਕਹੀ ਜਾਵਾਂ ਜੀ ਇਹ ਡਰਾਈਵਰ ਹੈ, ਸੋਹਣਾ ਡਰਾਈਵਰ ਹੈ, ਸੋਹਣਾ ਡਰਾਈਵਰ ਹੈ, ਇਹ ਕਹਿਣ ਦਾ ਕੀ ਫਾਇਦਾ? ਸਤਿਗੁਰੂ ਕਹਿੰਦੇ ਗੁਣ ਕਹੈ ਗੁਣੀ ਸਮਾਵਣਿਆ। ਜਦੋਂ ਗੁਣਾਂ ਨੂੰ ਕਹੇਗਾ ਨਾ, ਵਾਹਿਗੁਰੂ ਤੂੰ ਪ੍ਰਤਪਾਲਕ ਹੈ, ਤੇਰੇ ਅੰਦਰ ਉਹ ਦਾਤ ਟਿਕੇਗੀ। ਤੂੰ ਕਿਰਪਾਲੂ ਹੈ, ਤੂੰ ਦਿਆਲੂ ਹੈ, ਤੂੰ ਮਿਹਰ ਦੇ ਘਰ ਵਿੱਚ ਆਉਣ ਵਾਲਾ, ਮਹਿਰਮਤਾ ਕਰਨ ਵਾਲਾ ਹੈ, ਕਹਿੰਦੇ ਤੇਰੇ ਅੰਦਰ ਉਹ ਦਾਤ ਟਿਕੇਗੀ। ਇਸ ਕਰਕੇ ਉਹਦਿਆਂ ਗੁਣਾਂ ਨੂੰ ਗਾਇਨ ਕਰ, ਉਹਨੂੰ ਧਿਆ। ਹੁਣ ਹਜ਼ੂਰ ਬਖਸ਼ਿਸ਼ ਕਰਦੇ ਨੇ, ਕਰਮ ਹੋਵੇ ਸਤਿਗੁਰੂ ਮਿਲਾਏ। ਕਰਮ ਬਖਸ਼ਿਸ਼ ਕਹਿਣ ਲੱਗੇ, ਜਦੋਂ ਗੁਰੂ ਦੀ ਬਖਸ਼ਿਸ਼ ਹੋਏਗੀ ਨਾ, ਉਹਦੇ ਤੋਂ ਬਿਨਾ ਗੁਰੂ ਨਾਲ ਮਿਲਿਆ ਹੀ ਨਹੀਂ ਜਾ ਸਕਦਾ। ਤੇ ਹੁਣ ਜੀ ਮੈਂ ਆਇਆ ਕਿ ਮੈਂ ਗੁਰੂ ਨੂੰ ਮਿਲਿਆ ਨਹੀਂ, ਮੈਂ ਆਇਆ ਮੈਂ ਗੁਰੂ ਨੂੰ ਮਿਲਿਆ ਨਹੀਂ। ਖਿਆਲ ਕਰਿਓ, ਸਤਿਗੁਰੂ ਦੀ ਪਾਵਨ ਬਾਣੀ 'ਚ ਇੱਕ ਸ਼ਬਦ ਆਉਂਦਾ ਹੈ, ਬਿਮਲ ਮਜ਼ਾਰ ਬਸਿਸ ਨਿਰਮਲ ਜਲ ਪਦਮਨ ਜਾਵਲ ਰੇ, ਜਲ ਦਾ ਸੰਗਤ। ਹਜ਼ੂਰ ਨੇ ਉਸ ਸ਼ਬਦ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ
मैं तेनू दसना चाहुना ए दादर, ए डड्डू दे सुभाव वाले मनुख, रहिंदा भावें तू पानी विच है, उसे पानी विच कमल फुल है, उसे पानी विच जाले पए होए ने। दादर तू कबे ना जानस रे, भक्ष सबाल बसस निर्मल जल, पदमन जावल रे, तू उथों केवल जाले खाना, तेनू ओ कमल फुल दी सार नहीं आई। बिल्कुल ऐसा सुभाव साडा है जी। मैं अपने आप नूं भी विच रख लवां, रहिंदे भावें गुरद्वारियां च जीवन लंघ गया कथा करदियां विचारां करदियां, पर पुछिए भी अंदर दा ओ रस बणिया जिस रस लई गुरु कोल आए सी, अंदर दा ओ टका ओ रहमत सतगुरु ने झोली च पाई कि नहीं। हजूर कहंदे उस कोल आके बेनती कर, सतगुरु मैनू बख्शिश दे नाल नवाजो। कर्म होवै जदों कर्म मिले, कर्म होवै सतगुरु मिलाए, कर्म बख्शिश होवेगी ते गुरु दा मिलाप। भगत कबीर साहब जी दा एक बचन है, उन्होंने क्या क्या आख्या जी किवें पता लगेगा। कहन लगे कबीर गुर लागो तब जानीए, मिटै मोह तन ताप। कहंदे गुरु नूं मिलिया उदों मन्निया जाएगा जदों अंदरों मोह मिट जाए, तन ते ताप जेड़े ने वो दूर हो जाण। जे अंदर अजे मोह दा भरम है, जे अंदर अजे दुनिया दीयां चीज़ां इकट्ठियां करन दी बिरती बनी है, सतगुरु कहन लगे एक गल समझ लई मित्रा, अजे गुरु दा मिलाप नहीं। कबीर गुर लागो तब जानीए, ये उदों ही मन्निया जाएगा जदों अंदरों तेरे शरीर दे ए ताप दूर हो जाणगे। तीने ताप निवारण हारा, दुख हंता, सुख रास। जदों ए ताप दूर होए, समझ लई तू गुरु नूं मिलिया है। सेवा सुरत शब्द चित लाए। हजूर कहन लगे जदों अंदर दा ताप मुकिया, फिर सुरत विच सेवा आएगी। फिर जेड़ा चित है ना, चित शब्द नाल एकमिक हो जाएगा। अज दे बाला प्रीतम जी दे दर तो जेड़े अमृत वेले मुख वाक आए ने, तुसी बाहर पढ़ के आए हो, जित पार ब्रह्म चित आया। मूँह दे उत्ते नहीं जी, मूँह दे विचों बंदा बड़ा अनेकां वार विद्वान पुरखां ने लिख दिता। कहन लगे माला तो कर मैं फिरै, माला हथ च रहेगी, जीभ फिरै मुख माए, ते जिभ जिहड़ी है वो अंदर मूँह दे जिहड़ी है परिक्रमा कर रही है, घूम रही है। माला तो कर मैं फिरै, जीभ फिरै मुख माए, मनुआ तो दै दिश फिरै, यह तो सिमरन नाए। कहंदे बैठा भावें चौंकड़ा ला के है मित्रा, मन दसां दिशावां च घुमदा पिया, इनू सिमरन दा नाम ते ना दे। हजूर कहन लगे जित पार ब्रह्म चित आया, हाथ पांव कर काम सब। शरीर भावें काम करदा होवे, कोई सिंह गुरु का प्यारा देग वरता रहा है, कोई जल दियां सेवावां कर रहा है, कोई बाहर क्लीनिंग का काम करदा पिया, काम कोई भी होवे, पर कहन लगे अंदर चित जेड़ा गुरु नाल जुड़िया होवे। अज मेरे सतगुरु कहन लगे सेवा सुरत, सेवा विच तेरी सुरत टिकेगी। पर कदों गुर लागो तब जानीए, जे गुरु दे नाल मिल के अंदर दे ताप उतरनगे। कहन लगे सेवा सुरत शब्द चित लाए, शब्द नाल चित एकमिक हो जाएगा। जदों शब्द नाल चित जुड़ेगा, हाउ मैं मार सदा सुख पाया, सब तो वड्डी आ दात है हाउ मैं दी। हुण बंदा कहे भी दाता मैं मंग के थोड़ा लईए तुहाडे तो, गुरबाणी च बचन है सतगुरु जदों मैं आया मैं कुछ नहीं सी मंगिया, मैनू दसोगे हाउ मैं आ किवें गई। हजूर ने एक बालिया बयान देता, कहंदे मैं ही दिती है। पावन बाणी चो शब्द है जी, हाउ मैं रोग मनुख को दीना। ये नहीं क्या तू मंग के लिया, कहंदे मैं ही दिता है। हाउ मैं रोग मनुख को दीना, ते दाता जी हाउ मैं दा रोग दिता है, मैनू इन्ना ते तुहाडे ते यकीन है, फिर मैनू ओदे तो ਜਿਹੜੀ ਨਿਵਰਤੀ ਪਾਉਣ ਦਾ ਵੀ ਢੰਗ ਦੇ ਦਿਓ ਨਾ। ਸਾਹਿਬ ਕਹਿੰਦੇ ਤੂੰ ਜਦੋਂ ਜੁੜਦਾ ਹੈ ਨਾ ਸਵੇਰੇ, ਮੈਂ ਰੋਜ਼ ਤੇਰੀਆਂ ਕੰਨਾਂ 'ਚ ਇੱਕ ਸੁਨੇਹਾ ਭੇਜਦਾ। ਆਖਿਆ ਜੀ ਕਿਹੜਾ? ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾਤਾ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਮੈਂ ਤੈਨੂੰ ਆਵਾਜ਼ ਮਾਰਨਾ, ਹਉ ਮੈਂ ਵੱਡਾ ਰੋਗ ਹੈ, ਬੜਾ ਭਿਆਨਕ ਤੇ ਵੱਡਾ ਰੋਗ ਹੀ। ਆਖਿਆ ਜੀ ਇਲਾਜ ਹੈ? ਸਾਹਿਬ ਕਹਿੰਦੇ ਨਾਲ ਦੀ ਨਾਲ ਹੀ ਮੈਂ ਤੈਨੂੰ ਦੱਸ ਦੇਣਾ, ਤੂੰ ਘਬਰਾਈ ਨਾ, दारू पी इस माए। बाबा अजीत सिंह हुणां ने जदों जंग लड़ना सी ना, ते सतगुरां ने एक गल कही, कहन लगे अजीत सिंह तेनू आप सिखाया, कला कला तेनू जंग दा युद्ध दा नियम प्रचंड कराया, मैं हुण वेखना चाहुंदा तू जंग च किवें जोर विखाउणा।
ਹਜ਼ੂਰ ਕਹਿੰਦੇ ਮੈਂ ਵੇਖਣਾ ਚਾਹੁੰਦਾ ਹਉਮੈ ਰੋਗ ਦਿੱਤਾ ਮੈਂ ਹੀ ਹੈ, ਸੰਸਾਰ ਵਿੱਚ ਰਹਿ ਕੇ ਹਉਮੈ ਤੋਂ ਨਿਵਰਤੀ ਕਿਵੇਂ ਪਾਉਣਾ। ਮਾਲਕ ਨੇ ਬਚਨ ਕੀਤਾ ਹਉਮੈ ਮਾਰ, ਪਰ ਇਹ ਮਾਰਨੀ ਬੜੀ ਔਖੀ ਹੈ ਕੋਈ ਐਸਾ, ਆਵਾਜ਼ ਹੈ ਗੁਰੂ ਗ੍ਰੰਥ ਸਾਹਿਬ ਦੀ, ਹੈ ਕੋਈ ਐਸਾ। ਕਿਵੇਂ ਦਾ ਜੀ? ਕਹਿਣ ਲੱਗੇ ਜੇ ਹਉਮੈ ਤੋੜੈ, ਜਿਹੜਾ ਹਉਮੈ ਨੂੰ ਤੋੜ ਦੇਵੇ। ਇਸ ਮੀਠੀ ਤੇ ਇਹ ਮਨ ਹੋ ਰਿਹਾ, ਬੜੀ ਮਿੱਠੀ ਲੱਗਦੀ ਹੈ। ਜਦੋਂ ਮਹਾਰਾਣੀ ਵਿਕਟੋਰੀਆ, ਉਹਨਾਂ ਦਾ ਜਦੋਂ ਆਪਾਂ ਆਮ ਹੀ ਸੁਣਿਆ ਵੀ ਉਹਨਾਂ ਦੇ ਦੇਸ਼ ਦੇ ਵਿੱਚ, ਜਾਂ ਇਹ ਕਹਿ ਲਈਏ ਉਹਨਾਂ ਦੇ ਰਾਜ ਵਿੱਚ ਸੂਰਜ ਨਹੀਂ ਸੀ ਛੁਪਦਾ, ਮਤਲਬ ਇਹ ਕਹਿ ਲਓ ਬਹੁਤ ਵੱਡਾ ਪਸਾਰਾ ਸੀ, ਬਹੁਤ ਵੱਡਾ ਪਸਾਰਾ ਉਹਦੇ ਰਾਜ ਦਾ। ਹਰੇਕ ਕੰਟਰੀ ਤੇ ਜਿੱਤਾਂ ਹਾਸਲ ਕੀਤੀਆਂ ਉਹਨਾਂ ਨੇ, ਰਾਜ ਕੀਤਾ। ਮਹਾਰਾਣੀ ਵਿਕਟੋਰੀਆ ਬੈਠੀ ਹੈ, ਉਹਨਾਂ ਦਾ ਜਿਹੜਾ ਯੂਨੀਅਨ ਜੈਕ ਹੈ ਉਹ ਝੂਲਦਾ ਪਿਆ, ਸਾਰੀ ਦੁਨੀਆ ਦੇ ਵਿੱਚ ਉਹਨਾਂ ਦਾ ਝੰਡਾ ਝੂਲ ਰਿਹਾ। ਮਹਾਰਾਣੀ ਵਿਕਟੋਰੀਆ ਦੇ ਕੋਲ ਬੈਠੇ ਨਾ ਕਿਸੇ ਬੰਦੇ ਨੇ, ਅਹਿਲਕਾਰ ਨੇ, ਉਹਨੇ ਇੱਕ ਗੱਲ ਕਹੀ। ਉਹ ਕਹਿਣ ਲੱਗਾ ਵੀ ਮੈਨੂੰ ਐਦਾਂ ਲੱਗਦਾ ਮੈਡਮ ਵੀ ਜਿਹੜਾ ਤੁਹਾਡਾ ਰਾਜ ਹੈ ਨਾ, ਸ਼ਾਇਦ 100 ਸਾਲ ਸਰਵਾਈਵ ਨਹੀਂ ਕਰ ਪਾਏਗਾ, ਵੀ 100 ਕੁ ਸਾਲ ਦੀ ਇਹਦੀ ਉਮਰ ਨਹੀਂ ਹੋਏਗੀ, ਉਹਦੇ ਤੋਂ ਘੱਟ ਰਹਿ ਜਾਏਗਾ। ਮਹਾਰਾਣੀ ਵਿਕਟੋਰੀਆ ਹੱਸੀ, ਕਹਿੰਦੀ ਆਰ ਯੂ ਕ੍ਰੇਜੀ, ਤੂੰ ਪਾਗਲ ਹੈ? ਉਹਨੇ ਕਿਹਾ ਕਿਉਂ? ਕਹਿੰਦੀ ਮੈਂ ਇਹ ਦੱਸਣਾ ਚਾਹੁੰਦੀ ਆ, ਮੇਰੇ ਸਾਹਮਣੇ ਉੱਠਣ ਵਾਲਾ ਕੋਈ ਹੋਵੇ ਤੇ ਸਹੀ, ਸਾਰੀ ਦੁਨੀਆ ਨੂੰ ਮੈਂ ਆਪਣੇ ਅਧੀਨ ਕਰ ਲਿਆ ਹੈ। ਜੇ ਕੋਈ ਸਾਹਮਣੇ ਹੋਵੇਗਾ ਉਹ ਮੇਰੇ ਰਾਜ ਲਈ ਖਤਰਾ ਪੈਦਾ ਹੋਏਗਾ। ਕਿਸੇ ਦਾ ਡਰ ਨਹੀਂ, ਕਿਸੇ ਦਾ ਭੌ ਨਹੀਂ। ਤੂੰ 100 ਸਾਲ ਦੀ ਗੱਲ ਕੀਤੀ, ਮੈਨੂੰ ਲੱਗਦਾ ਇਹ ਉਹਦੇ ਤੋਂ ਵੀ ਵੱਧ ਕੇ ਚੱਲੇਗਾ। ਹਉਮੈ ਤੇ ਅੰਦਰੋਂ ਜਦੋਂ ਆ ਆਵਾਜ਼ ਆਈ, ਪਰਮੇਸ਼ਵਰ ਨੂੰ ਜੋ ਭਾਉਂਦਾ ਹੈ। ਖਿਆਲ ਕਰਿਓ, ਅੱਜ ਜਦੋਂ ਸੈਕੰਡ ਵਰਲਡ ਵਾਰ ਹੋਈ 45 ਦੇ ਵਿੱਚ, ਉਦੋਂ ਯੂਕੇ ਦੇ, ਇੰਗਲੈਂਡ ਦੇ ਐਸੇ ਹਾਲਾਤ ਬਣ ਗਏ ਵੀ ਮਿਡਡੇ ਜੋਗੇ ਵੀ, ਜਿਹੜਾ ਨਾ ਸਵੇਰ ਦੇ ਬ੍ਰੇਕਫਾਸਟ ਜੋਗੇ ਵੀ, ਇਹਨਾਂ ਦੇ ਕੋਲ ਪਦਾਰਥ ਨਹੀਂ ਸੀ ਬਚੇ, ਮੁਤਾਜ ਹੋ ਗਏ ਲੋਕਾਂ ਵੱਲ ਵੇਖਣ ਦੇ ਲਈ। ਉਦੋਂ ਪਤਾ ਲੱਗਿਆ ਉਹ ਮਨਾ ਹਉਮੈ ਕਿਸ ਗੱਲ ਦੀ। ਇਹ ਉਸ ਭਾਈ ਸਾਹਿਬ ਹੁਣੀ ਗਾਇਨ ਕਰਕੇ ਗਏ ਸਨ, ਸ਼ਬਦ ਪੜ੍ਹ ਰਹੇ ਸਨ, ਭਿਖਾਰੀ ਤੇ ਰਾਜ ਕਰਾਵੈ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ। ਇਹ ਉਹਦੀਆਂ ਰਹਿਮਤਾਂ, ਪਤਾ ਨਹੀਂ ਕਿਹੜੇ ਪਲ ਕੀ ਵਾਪਰ ਜਾਏ। ਸਾਹਿਬ ਕਹਿੰਦੇ ਹਉਮੈ ਮਾਰ, ਅੰਦਰ ਦੀ ਹੰਕਾਰ ਨੂੰ ਮਾਰ ਦੇ। ਤੁਸੀਂ ਵੇਖਿਓ ਜੀ, ਗੱਡੀ ਦੇ 4 ਟਾਇਰਾਂ ਵਿੱਚ ਨਾ ਏਅਰ ਹੈ, ਗੱਡੀ ਦੇ 4 ਟਾਇਰਾਂ ਵਿੱਚ ਹਵਾ ਹੈ। ਜੇ ਗੱਡੀ ਦੇ 4 ਟਾਇਰਾਂ ਵਿੱਚ ਹਵਾ ਨਾ ਹੋਵੇ, ਗੱਡੀ ਚੱਲ ਨਹੀਂ ਸਕਦੀ। ਬਿਲਕੁਲ ਜਿਵੇਂ ਉਹਦੇ ਵਿੱਚ ਹਵਾ ਹੈ ਨਾ, ਐਦਾਂ ਹੀ ਆਪਾਂ ਆਮ ਸ਼ਬਦ ਵਰਤ ਲੈਂਦੇ ਆ ਸਾਡੀ ਲੈਂਗੁਏਜ ਵਿੱਚ। ਬੰਦਾ ਆ ਚੀਜ਼ ਲੈ ਕੇ ਆਇਆ, ਉਹਦੀ ਹਵਾ ਕਰਦਾ ਹੈ। ਬੱਚੇ ਬਾਹਰ ਚਲੇ ਗਏ, ਉਹਦੀ ਹਵਾ ਕਰਦਾ ਹੈ। ਹਵਾ ਮੀਨਸ ਵੀ ਹੰਕਾਰ। ਕਹਿਣ ਲੱਗੇ ਅੰਦਰ ਹਵਾ ਹੈ, ਹੰਕਾਰ ਹੈ, ਜਿਹੜਾ ਸਮਾਜ ਦੇ ਉੱਤੇ ਭਜਾਈ ਫਿਰਦਾ। ਪਰ ਉਸੇ ਹੰਕਾਰ ਨੂੰ ਵੀਰ ਰਸ ਵੀ ਬਣਾਇਆ ਜਾ ਸਕਦਾ, ਉਸੇ ਹੰਕਾਰ ਨੂੰ ਸ਼ੁਭ ਕਰਮਾਂ ਦਾ। ਹੁਣ ਵੇਖੋ, ਹੰਕਾਰ ਇਸ ਗੱਲ ਦਾ ਵੀ ਹੈ, ਮੈਂ ਆਹ ਕੁਝ ਦੇਣਾ, ਮੈਂ ਆਹ ਲੈਣਾ। ਹੰਕਾਰ ਇਸ ਗੱਲ ਦਾ ਵੀ ਹੈ ਵੀ ਮੇਰੇ ਕੋਲ ਇੰਨੇ ਕੁ ਪਦਾਰਥ ਨੇ। ਮੈਂ ਤੇ ਇਹ ਕਵਾਂ, ਧਾਰਮਿਕ ਸ਼ਖਸੀਅਤਾਂ ਵਿੱਚ ਵੀ ਹੰਕਾਰ ਆ ਜਾਂਦਾ ਹੈ। ਮੈਨੂੰ 40 ਸਾਲ ਹੋ ਗਏ ਕਥਾ ਕਰਦਿਆਂ, 20 ਸਾਲ ਹੋ ਗਏ। ਸਤਿਗੁਰੂ ਕਹਿਣ ਲੱਗੇ ਉਹਦੇ ਕੋਲ ਆ ਕੇ ਜੋਦੜੀ ਕਰ ਦਾਤਾ, ਇਹ ਬੜੀ ਮਿੱਠੀ ਹੈ, ਬੜੀ ਚੰਗੀ ਲੱਗਦੀ, ਪਰ ਮੈਨੂੰ ਇਹਦੇ ਤੋਂ ਬਚਾ ਲਓ। ਇਸ ਮਿੱਠੀ ਤੇ ਇਹ ਮਨ ਹੋ ਰਿਹਾ, ਮੈਨੂੰ ਰੋਕਣਾ ਕਰੋ। ਹਉਮੈ ਮਾਰ ਸਦਾ ਸੁਖ ਪਾਇਆ। ਜਦੋਂ ਹਉਮੈ ਚਲੀ ਗਈ ਨਾ, ਫਿਰ ਸੁਖ ਹੈ, ਫਿਰ ਆਨੰਦ ਹੈ। 2 ਗੱਡੀਆਂ ਦੀ ਰੋਡ ਤੇ ਰੇਸ ਕਿਉਂ ਲੱਗੀ? ਹਉਮੈ ਮੇਰੇ ਵਾਲੀ ਵਧੀਆ, ਦੂਸਰਾ ਕਹੇਗਾ ਨਹੀਂ ਮੇਰੀ ਗੱਡੀ ਬੜੀ ਛੇਤੀ, ਪਿਕਅਪ ਬਹੁਤ ਹੈ ਇਹਦੀ। ਅੰਦਰ ਹਉਮੈ ਨਾ ਜੀ। ਤੇ ਜੇ ਅੰਦਰ ਹਉਮੈ ਨਾ ਹੋਵੇ, ਤੁਸੀਂ ਆਪਦੀ ਚਾਲੇ ਚੱਲੀ ਜਾ ਰਹੇ ਹੋ, ਦੂਜਾ ਆਪਦੀ ਚਾਲੇ ਚੱਲੀ ਜਾ ਰਿਹਾ ਹੈ, ਕੀ ਉਹਦੇ ਵਿੱਚ ਕੋਈ ਨੁਕਸਾਨ ਹੋਣ ਦਾ ਡਰ ਹੈ? ਨਹੀਂ। ਨੁਕਸਾਨ ਹੁੰਦਾ ਹੀ ਉਦੋਂ ਹੈ ਜਦੋਂ ਮਨੁੱਖ ਦੇ ਅੰਦਰ ਹਉਮੈ ਦਾ ਪਸਾਰਾ ਬਣ ਜਾਂਦਾ ਹੈ। ਅਸੀਂ ਤੇ ਕੁੱਤਿਆਂ ਤੇ ਹਉਮੈ ਰੱਖ ਕੇ ਬਹਿ ਗਏ ਕਿ ਮੇਰਾ ਚੰਗਾ ਹੈ, ਮੇਰਾ ਚੰਗਾ ਹੈ। ਸਤਿਗੁਰੂ ਕਹਿਣ ਲੱਗੇ ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣਿਆ। ਕਹਿੰਦੇ ਜਦੋਂ ਹਉਮੈ ਚਲੀ ਗਈ ਨਾ, ਅੰਦਰ ਸਕੂਨ ਬਣ ਜਾਏਗਾ, ਮਾਇਆ ਦਾ ਮੋਹ ਉਹ ਦੂਰ ਹੋ ਜਾਏਗਾ, ਚੁੱਕਿਆ ਜਾਏਗਾ। ਫਿਰ ਕਹਿਣ ਲੱਗੇ ਤਨ ਮਨ ਖੋਜੇ ਤਾਂ ਨਾਉ ਪਾਏ। ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਨੇ ਆਪਣੇ ਤਨ ਨੂੰ ਵੀ ਤੇ ਮਨ ਨੂੰ ਵੀ ਖੋਜਿਆ। ਇਹ ਆਵਾਜ਼ ਸਾਨੂੰ ਸਤਿਗੁਰੂ ਦੇ ਘਰ ਚੋਂ ਆਈ ਜੀ। ਬੰਦੇ ਖੋਜ ਦਿਲ ਹਰ ਰੋਜ਼, ਕਿਉਂਕਿ ਜਿੰਨੀ ਪੂਰੇ ਦਿਨ ਦੀ ਫਿਲਮ ਬਣਦੀ ਹੈ ਨਾ, ਵੀਡੀਓ ਬਣਦੀ ਹੈ,
ਦਿਲ 'ਚ ਹੀ ਬਣਦੀ। ਰਾਤ ਨੂੰ ਬੈੱਡ ਤੇ ਪਿਆ, ਉਹਨੇ ਆਹ ਬੋਲਿਆ, ਮੈਂ ਆਹ ਕਿਹਾ, ਮੈਂ ਸਵੇਰੇ ਆਹ ਕਰਨਾ, ਪੂਰੀ ਪਿਕਚਰ ਅੰਦਰ ਹੈ। ਸਤਿਗੁਰੂ ਕਹਿੰਦੇ ਮਾੜਾ ਜਿਹਾ ਧਿਆਨ ਮਾਰ ਲਵੇ, ਮਨਾ ਤੂੰ ਕਿੰਨੀਆਂ ਜ਼ਿਆਦਤੀਆਂ ਕਰਦਾ, ਕਿੰਨਾ ਲੋਕਾਂ ਨੂੰ ਸਤਾਈ ਬੈਠਾ, ਆਹ ਕੀਤਾ ਉਹ ਕੀਤਾ। ਕਹਿੰਦੇ ਜਦੋਂ ਆਹ ਚੀਜ਼ ਅੰਦਰ ਆ ਗਈ ਨਾ, ਬੰਦੇ ਖੋਜ, ਦਿਲ ਹਰ ਰੋਜ਼ ਬਹੁਤ ਕੁਝ ਖੋਜਿਆ ਜੀ ਬਾਹਰਲੀ ਦੁਨੀਆ 'ਚ, ਇੱਕ ਇੱਕ ਚੀਜ਼ ਨੂੰ ਮਨੁੱਖ ਕੇ ਖੋਜ ਕੇ ਆਧੁਨਿਕਤਾ ਦੇ ਮਾਰਗ ਤੇ ਚਲਾ ਗਿਆ, ਪਰ ਨਹੀਂ ਖੋਜ ਪਾਇਆ ਤੇ ਅੰਦਰ ਨੂੰ ਨਹੀਂ ਖੋਜਿਆ। ਜਿੱਥੇ ਈਰਖਾ, ਜਿੱਥੇ ਨਫ਼ਰਤ, ਜਿੱਥੇ ਦੁਵੈਕ, ਇੱਕ ਪਾਸੇ ਗੁਰੂ ਦੀ ਗੋਦੀ ਵਿੱਚ ਬੈਠਦਾ ਹੈ, ਭਾਈ ਸਾਹਿਬ ਕੀਰਤਨ ਕਰਦੇ ਨੇ ਤੇ ਮੂੰਹ ਦੇ ਵਿੱਚੋਂ ਬੋਲ ਲਿਖਦੇ ਨੇ, ਪਰ ਕਾ ਬੁਰਾ ਨਾ ਰਾਖੋ ਚੀਤ। ਹੁਣ ਸਪਸ਼ਟ ਅਰਥ ਹੋ ਗਏ, ਦੂਜੇ ਦਾ ਬੁਰਾ ਮਨ ਚ ਨਾ ਰੱਖ। ਰੱਖਿਆ ਹੋਇਆ ਸੀ ਨਾ, ਆਵਾਜ਼ ਸੁਣ ਲਈ, ਪਰ ਅੰਦਰ ਨੂੰ ਖੋਜਿਆ ਨਹੀਂ ਨਾ, ਇਸ ਕਰਕੇ ਆਪਣੇ ਆਪ ਨੂੰ ਬਾਹਰ ਰੱਖਦਾ। ਇਹ ਸ਼ਬਦ ਲੋਕਾਂ ਲਈ ਹੈ। ਹਜ਼ੂਰ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਬੈਠਾ ਤੇ ਆਵਾਜ਼ ਆ ਗਈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ। ਪਰ ਅੰਦਰ ਈਰਖਾ ਦੁਵੈਕ ਲੈ ਕੇ ਬੋਲਣ ਵਾਲੇ ਨੇ ਕਿਹਾ ਦੂਜਿਆਂ ਲਈ ਹੈ, ਮੇਰੇ ਲਈ ਨਹੀਂ। ਸਤਿਗੁਰੂ ਅੱਜ ਬਖਸ਼ਿਸ਼ ਕਰਦੇ ਨੇ, ਤਨ ਮਨ ਖੋਜੇ ਤਾਂ ਨਾ ਉਪਾਏ। ਜੇ ਉਹਦੇ ਨਾਮ ਨਾਲ, ਬੰਦਗੀ ਨਾਲ ਜੁੜਨਾ ਹੈ ਤੇ ਅੰਦਰ ਦੀ ਖੋਜ ਕਰ। ਔਰ ਜਿਨ੍ਹਾਂ ਨੇ ਅੰਦਰ ਨੂੰ, ਖਿਮਾ ਕਰਿਓ ਜੀ, 1 ਸੈਕਿੰਡ ਲਈ ਵੀ ਜਿਹੜੇ ਅੰਦਰ ਚਲੇ ਗਏ ਨਾ, ਇੱਕ ਗੇੜਾ ਲਾ ਆਏ। ਛੋਟਾ ਜਿਹਾ ਬੱਚਾ ਹੈ, ਪਰਿਵਾਰ ਵਿੱਚ ਹੈ ਕਾਫੀ ਕੁਛ, ਖਾਣ ਪਾਣ ਸਾਰਾ ਕੁਝ ਵਧੀਆ ਪ੍ਰਬੰਧ ਹੈ ਇਹਦੇ ਘਰ ਦਾ। ਆਪਣਿਆਂ ਦੋਸਤਾਂ ਨਾਲ ਮਿਲਿਆ ਤੇ ਦੋਸਤਾਂ ਦੇ ਨਾਲ, ਹੁਣ ਸੁਭਾਵਿਕ ਹੈ ਜੇ ਦੋਸਤ ਉਵੇਂ ਦੇ ਨੇ, ਜਿਵੇਂ ਦੀ ਸੰਗਤ ਉਹਨਾਂ ਦੀ ਕਰੇਗਾ ਉਵੇਂ ਦਾ ਬਣੇਗਾ। ਉਹਨਾਂ ਨੇ ਕੁਝ ਐਸੇ ਕਰਮ ਕਰਨੇ ਜਿਹਨਾਂ ਨੂੰ ਅਸੀਂ ਆਪਣੀ ਭਾਸ਼ਾ 'ਚ ਮਾੜੇ ਕਹਿ ਦਿੰਦੇ ਆ, ਵੀ ਮਾੜੇ ਕੁਕਰਮ ਕਰਨੇ। ਨਸ਼ਾ ਕਰਨਾ, ਲੋਕਾਂ ਦੀਆਂ ਚੀਜ਼ਾਂ ਚੁੱਕਣੀਆਂ। ਗਰੀਬ ਘਰ ਦੇ ਸਨ, ਇਹ ਚੰਗੇ ਪਰਿਵਾਰ ਵਿੱਚ ਬਹਿਣ ਉੱਠਣ ਵਾਲਾ, ਰਜਦੇ ਪੁੱਜਦੇ ਸਰਦੇ ਪਰਿਵਾਰ ਦਾ ਹੈ, ਪਰ ਉਹਨਾਂ ਦੀ ਸੰਗਤ ਦਾ ਅਸਰ ਹੋ ਗਿਆ। ਦਿਨ ਚੜ੍ਹਨਾ, ਦਿਨ ਦੇ ਮਾਪਿਓ ਨੇ 5 ਕੁ ਪੜ੍ਹਾਇਆ, ਉਹਦੇ ਤੋਂ ਬਾਅਦ ਲਾਡਲਾ ਬਹੁਤਾ ਸੀ, ਘਰਦਿਆਂ ਨੇ ਬਹੁਤਾ ਬਾਹਰ ਨਾ ਭੇਜਿਆ। 2 ਮਾਵਾਂ ਸਨ, ਪਹਿਲੀ ਮਾਂ ਚੋਂ ਜਨਮ ਨਹੀਂ ਹੋਇਆ, ਦੂਜੀ ਚੋਂ ਹੋਇਆ। ਤੇ ਹੁਣ ਜਦੋਂ ਥੋੜੇ ਥੋੜੇ ਐਬ ਆਉਣ ਲੱਗ ਪਏ ਤੇ ਐਬਾਂ ਨੇ ਇੰਨਾ ਕੁ ਅੰਦਰੋਂ ਮਜਬੂਰ ਕਰ ਦਿੱਤਾ, ਦੋਸਤਾਂ ਦੀ ਸੰਗਤ ਕਰਕੇ ਨਾ ਚੋਰੀਆਂ ਵਾਲੇ ਮਾਰਗ ਤੇ ਚਲਾ ਗਿਆ। ਭਗਤ ਕਬੀਰ ਸਾਹਿਬ ਨੇ ਕਿੱਡੀ ਪਿਆਰੀ ਗੱਲ ਕਹੀ, ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਐ, ਸਾਖਤ ਸੰਗ ਨਾ ਹੀਰ। ਕਹਿੰਦੇ ਮਾੜੇ ਦੀ ਸੰਗਤ ਤੋਂ ਬਚੀ। ਖਿਆਲ ਕਰਿਓ, ਜਿਹਨੂੰ ਆਪਾਂ ਝੂਨਾ ਕਹਿ ਦਿੰਨੇ ਆ, ਜੀਰੀ ਕਹਿ ਦਿੰਨੇ ਆ, ਉਹਨੇ ਕੀ ਗੁਨਾਹ ਕੀਤਾ? ਹਜ਼ੂਰ ਨੇ ਕਿਹਾ, ਕਹਿਣ ਲੱਗੇ ਆ ਵੇਖ ਤੈਨੂੰ ਇੱਕ ਤਸਵੀਰ ਵਿਖਾਵਾਂ। ਆਖਿਆ ਜੀ ਦਿਖਾਓ। ਸਤਿਗੁਰੂ ਕਹਿਣ ਲੱਗੇ, ਤੁਖ ਕੋ ਮੋਹਲੀ ਦੇ, ਕਾਦੇ ਕਰਕੇ? ਕਬੀਰ ਚਾਵਲਕਾਰ ਨੇ, ਇੱਕ ਚਾਵਲ ਦੇ ਦਾਣੇ ਲਈ ਇਹਨਾਂ ਨੂੰ ਮਾਰ ਪਈ। ਕਹਿਣ ਲੱਗੇ ਵੇਖੀ ਕਿਤੇ ਮਾੜਿਆਂ ਦੀ ਕੁਸੰਗਤ ਵਿੱਚ ਨਾ ਬਹਿ ਜੀ, ਤੈਨੂੰ ਵੀ ਮਾਰ ਪਏਗੀ। ਮਾੜਿਆਂ ਦੀ ਸੰਗਤ 'ਚ ਬੈਠਾ, ਚੋਰੀਆਂ ਜੀਵਨ ਦਾ ਹਿੱਸਾ ਬਣ ਗਈਆਂ। ਹੁਣ ਅੱਜ ਵੀ ਵਿਚਾਰ ਬਣਾਈ, ਕਹਿੰਦਾ ਫਲਾਣੇ ਪਿੰਡ ਚਲੀਏ। ਉਹ ਕਹਿੰਦੇ ਚਲੋ ਚਲਦੇ ਆ। ਕਿਸੇ ਪਿੰਡ ਵਿੱਚ ਚੋਰੀ ਕਰਨ ਲਈ ਚਲੇ ਗਏ। ਹੁਣ ਪਿੰਡ ਵਿੱਚ ਚੋਰੀ ਲਈ ਗਏ ਤੇ ਤੁਹਾਨੂੰ ਪਤਾ ਹੈ ਪੁਰਾਤਨ ਸਮੇਂ ਦੇ ਵਿੱਚ ਲਾਈਟ ਸਿਸਟਮ ਤੇ ਹੈ ਨਹੀਂ ਸੀ, ਲੋਕਾਂ ਨੇ ਘਰ ਦੀਆਂ ਮਸ਼ਾਲਾਂ ਬਾਲਣੀਆਂ। ਥੋੜਾ ਜਿਹਾ ਪਹਿਲਾਂ ਪਹੁੰਚ ਗਏ। ਜਦੋਂ ਪਿੰਡ ਵਿੱਚ ਗਏ, ਸਾਰਾ ਪਿੰਡ ਅਜੇ ਜਾਗਦਾ ਹੈ, ਪਿੰਡ ਦੀਆਂ ਗਲੀਆਂ ਵਿੱਚ ਕਾਫੀ ਰੌਣਕ ਹੈ। ਕਹਿਣ ਲੱਗਾ ਵੀ ਕੀ ਗੱਲ? ਬਹੁਤ ਜ਼ਿਆਦਾ ਰੌਣਕ ਹੈ। ਉਹ ਕਹਿੰਦੇ ਦੀਵਾਨ ਆਰੰਭ ਹੋਣੇ ਨੇ ਸਾਡੇ ਪਿੰਡ ਵਿੱਚ। ਗੁਰੂ ਕੇ ਪਿਆਰੇ ਬਾਬਾ ਕੇਸਰ ਸਿੰਘ ਹੁਣੀ ਆਏ ਨੇ, ਉਹਨਾਂ ਨੇ ਗੁਰੂ ਸ਼ਬਦ ਨਾਲ ਸੰਗਤਾਂ ਨੂੰ ਜੋੜਨਾ ਹੈ। ਹੁਣ ਚੋਰ ਨੇ, ਜਾਣ ਤੇ ਜਾਣ ਕਿੱਥੇ, ਫਿਰ ਬੰਦਾ ਲਿਬਾਸ ਕਈ ਵਾਰੀ ਧਾਰਮਿਕ ਪਾ ਲੈਂਦਾ ਹੈ। ਸੋਚਿਆ ਵੀ ਚਲੋ ਅਸੀਂ ਵੀ ਜਾ ਕੇ ਨਾ ਉਸੇ ਦੀਵਾਨ ਦੀ ਸ਼ਿਰਕਤ ਉਹਦੇ ਵਿੱਚ ਕਰਦੇ ਆ, ਉੱਥੇ ਬਹਿਨੇ ਆ, ਸਰਵਣ ਕਰਦੇ ਆ। ਗਏ, ਜਾ ਕੇ ਬਹਿ ਗਏ। ਗੁਰੂ ਕੇ ਗੁਰਸਿੱਖ ਨੇ ਪਤਾ ਨਹੀਂ ਕਿਸ ਅਵਸਥਾ ਵਿੱਚੋਂ ਗੁਰੂ ਕੀ ਬਾਣੀ ਨਾਲ ਸੰਗਤ ਨੂੰ ਜੋੜਿਆ। ਜਦੋਂ ਉੱਠਿਆ, ਇਹ ਗੁਰੂ ਕਾ ਪਿਆਰਾ, ਇਹਦਾ ਨਾਂ ਹੈ ਸੋਹਣਾ, ਤੇ ਜਾ ਕੇ ਕਹਿਣ ਲੱਗਾ, ਬਾਬਾ ਜੀ ਮੈਂ ਬੜਾ ਪ੍ਰਭਾਵਿਤ ਹੋਇਆ, ਮੇਰੇ ਅੰਦਰ ਬੜਾ ਕੁਝ ਆਇਆ ਹੈ, ਮੈਂ ਆਪਣੇ ਆਪ ਨੂੰ ਅੰਦਰੋਂ ਵੇਖਿਆ। ਅੱਜ ਮੇਰੀ ਇੱਕ ਬੇਨਤੀ, ਜੇ ਕਿਰਪਾ ਕਰੋ ਤੇ ਮੇਰੇ ਘਰੇ ਲੰਗਰ ਪਾਣੀ ਜਿਹੜਾ ਉਹ ਪ੍ਰਵਾਨ ਕਰ ਲਓ, ਉਹ ਛਕ ਲਓ। ਜਦੋਂ ਸਤਿਗੁਰੂ ਨੇ ਕੋਈ ਵਿਧ ਬਣਾਣੀ ਹੋਵੇ, ਬਾਬਾ ਕੇਸਰ ਸਿੰਘ ਕਹਿੰਦੇ ਜੀ ਕੋਈ ਗੱਲ ਨਹੀਂ, ਚੱਲਦੇ ਆ। ਇਹਨਾਂ ਦੇ ਘਰੇ ਗਏ। ਇਹ ਕਹਿਣ ਲੱਗਾ ਨਾਲਲਾ ਪਿੰਡ ਹੈ ਮੇਰਾ, ਇਸ ਪਿੰਡ ਦਾ ਵਸਨੀਕ ਨਹੀਂ ਆ। ਘਰੇ ਗਏ, ਜਾ ਕੇ ਲੰਗਰ ਪਾਣੀ ਛਕਿਆ ਤੇ ਪੁੱਛ ਲਿਆ, ਕਹਿੰਦੇ ਪੁੱਤਰਾ ਤੇਰਾ ਨਾਂ? ਕਹਿੰਦਾ ਜੀ ਸੋਹਣਾ।
ਉਹ ਕਹਿੰਦੇ ਸੋਹਣਿਆ ਕੰਮ ਵੀ ਸੋਹਣੇ ਨੇ ਕਿ ਕੰਮ ਕੁਚੱਜੇ ਨੇ ਕਿ ਕੰਮ ਕਰੂਪਤਾ ਵਾਲੇ ਨੇ? ਜੇ ਨਾਮ ਸੋਹਣਾ ਹੈ ਤੇ ਜੀਵਨ ਚੋਂ ਝਲਕ ਆਉਣੀ ਚਾਹੀਦੀ ਹੈ ਵੀ ਤੂੰ ਵੀ ਸੋਹਣਾ ਹੋਵੇਂ। ਤੇ ਦੱਸ ਦਿੱਤਾ, ਕਹਿਣ ਲੱਗਾ ਬਾਬਾ ਜੀ ਮੇਰੇ ਕੁਝ ਦੋਸਤ ਨੇ ਗਰੀਬ ਘਰਾਂ ਚੋਂ ਨੇ, ਮੈਂ ਉਹਨਾਂ ਦੇ ਨਾਲ ਮਿਲ ਕੇ ਨਾ ਚੋਰੀਆਂ ਕਰਦਾ। ਮੈਂ ਗਿਆ ਇਸ ਪਿੰਡ ਵਿੱਚ ਵੀ ਚੋਰੀ ਕਰਨ ਸਾਂ, ਪਰ ਮੈਂ ਤੁਹਾਡੀ ਸੰਗਤ ਕਰ ਲਈ, ਬੈਠ ਗਿਆ ਜਾ ਕੇ ਦੀਵਾਨ ਵਿੱਚ, ਮੇਰਾ ਅੰਦਰ ਪਸੀਜਿਆ ਗਿਆ, ਮੇਰਾ ਅੰਦਰ ਧੋਤਾ ਗਿਆ, ਮੈਨੂੰ ਜ਼ਰੂਰਤ ਨਹੀਂ ਪਈ ਚੋਰੀ ਦੀ, ਮੈਂ ਉਹਨਾਂ ਨੂੰ ਵੀ ਵਾਪਸ ਮੋੜ ਕੇ ਲੈ ਆਇਆ। ਸਤਿਗੁਰੂ ਨੇ ਬਖਸ਼ਿਸ਼ ਕੀਤੀ। ਬਾਬਾ ਕੇਸਰ ਸਿੰਘ ਨੇ ਸਿਰ ਤੇ ਹੱਥ ਰੱਖ ਕੇ ਕਿਹਾ, ਕਹਿਣ ਲੱਗੇ ਪੁੱਤਰਾ ਇਹ ਘਰ ਵੱਡਿਆਂ ਵੱਡਿਆਂ ਨੂੰ ਬਖਸ਼ਦਾ। ਇਸ ਘਰ ਵਿੱਚ ਬੜੇ ਗੁਰੂ ਕੇ ਗੁਰਸਿੱਖ ਜਨ ਸਨ, ਬਾਬਾ ਬਿਧੀ ਚੰਦ ਵਰਗੇ, ਜਿਨ੍ਹਾਂ ਦਾ ਜੀਵਨ ਤਬਦੀਲ ਹੋ ਗਿਆ। ਜੇ ਤੂੰ ਆਇਆ ਜੀਵਨ ਤੇਰਾ ਵੀ ਤਬਦੀਲ ਹੋਏਗਾ। ਲੈ ਅੱਜ ਤੋਂ ਬਾਅਦ ਮੰਦੇ ਮਾਰਗ ਨਾ ਜਾਈ। ਔਰ ਸੱਚ ਵਿੱਚ ਉਹ ਦਿਨ ਗਿਆ, ਇਹ ਐਸਾ ਬਾਣੀ ਨਾਲ ਜੁੜਿਆ, ਐਸਾ ਬਾਣੀ ਨਾਲ ਜੁੜਿਆ। ਇਸ ਇਨਸਾਨ ਨੇ ਫਿਰ ਆਪਣੀ ਕੌਮ ਲਈ, ਇਸ ਇਨਸਾਨ ਨੇ ਮਜ਼ਬੀਅਤ ਲਈ, ਇਨਸਾਨੀਅਤ ਲਈ ਆਪਣਾ ਆਪਾ ਕੁਰਬਾਨ ਕਰ ਦਿੱਤਾ। ਸਿੱਖੀ ਲਈ ਕੁਰਬਾਨੀਆਂ ਕਰ ਦਿੱਤੀਆਂ, ਜਿਨ੍ਹਾਂ ਨੂੰ ਆਪਾਂ ਬਾਬਾ ਸੋਹਣ ਸਿੰਘ ਜੀ ਭਗਨਾ ਕਹਿ ਕੇ ਸੰਬੋਧਨ ਕਰਦੇ। ਪਹਿਲਾ ਨਾਮ ਸੋਹਣਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਜ ਬਚਨ ਕੀਤਾ। ਹਜ਼ੂਰ ਕਹਿਣ ਲੱਗੇ ਆ ਮੈਂ ਤੈਨੂੰ ਜੋੜਨਾ ਚਾਹੁੰਨਾ, ਗੁਰੂ ਦੇ ਸ਼ਬਦ ਨਾਲ ਤੇਰੀ ਸਾਂਝ ਬਣਾਉਣਾ ਚਾਹੁੰਨਾ। ਕਹਿਣ ਲੱਗੇ ਤਨ ਮਨ ਖੋਜੇ ਤਾਂ ਨਾਉ ਪਾਏ, ਜਦੋਂ ਅੰਦਰ ਨਾ ਆ ਗਿਆ ਕਹਿਣ ਲੱਗੇ ਧਾਵਤ ਰਾਖੈ ਠਾਕ ਰਹਾਏ। ਜਿਹੜਾ ਮਨ ਦੌੜਦਾ ਸੀ ਨਾ ਗੁਰੂ ਕੀ ਸੰਗਤ ਵਿੱਚ ਆਉਣਾ, ਮਨ ਨੇ ਦੌੜ ਜਾਣਾ। ਤੁਸੀਂ ਕਈ ਵਾਰੀ ਜਿੱਦ ਕਰਕੇ ਵੇਖਿਓ, ਸਰੀਰ ਸਵੇਰੇ ਸਾਥ ਨਹੀਂ ਦਿੰਦਾ, ਮੈਂ ਉੱਠਣਾ ਨਹੀਂ, ਮੈਂ ਲੇਟ ਉੱਠਾਂਗਾ, ਮੈਂ ਰਾਤੀ ਬਿਜੀ ਸਾਂ। ਵੈਸੇ ਵੱਡੀ ਗੱਲ ਨਹੀਂ ਹੈ ਜੀ, ਜੇ ਬੰਦਾ ਰਾਤ ਨੂੰ ਆਪਣੇ ਆਪ ਨੂੰ ਕਹਿ ਕੇ ਸੌਂ ਜਾਏ ਨਾ ਵੀ ਫਲਾਣਾ ਸਿਆਂ ਜੋ ਵੀ ਨਾ ਹੈ ਆਪਦਾ, ਸੱਜਣਾ ਤੂੰ ਸਵੇਰੇ 4 ਵਜੇ ਉੱਠਣਾ, ਕੋਈ ਅਲਾਰਮ ਦੀ ਲੋੜ ਨਹੀਂ, ਤੁਹਾਨੂੰ ਆਪਣੇ ਆਪ ਬਿਠਾਉਣ ਵਾਲੀ ਤਾਕਤ ਅੰਦਰ ਹੈ। ਪਰ ਹਾਂ ਰਾਤ ਨੂੰ ਹੀ ਸਰੀਰ ਨੂੰ ਸੁਨੇਹਾ ਦੇ ਦਿਓ ਤੇਰੇ 'ਚ ਕੋਈ ਬਲ ਨਹੀਂ, ਤੂੰ ਤੇ ਥੱਕਿਆ ਬਹੁਤ ਹੈ, ਤੇਰਾ ਤੇ ਲੱਕ ਦਰਦ ਹੈ, ਤੇਰਾ ਤੇ ਸਿਰ ਦਰਦ ਹੈ, ਐਟੋਮੈਟਿਕਲੀ ਸਾਰੀਆਂ ਅਲਾਮਤਾਂ ਤੁਹਾਡੇ ਵਾਲੇ ਪਾਸੇ ਨੂੰ ਹਾਵੀ ਹੋ ਜਾਣਗੀਆਂ। ਕਿਉਂਕਿ ਵਾਹਿਗੁਰੂ ਪਰਮੇਸ਼ਵਰ ਨੇ ਕਿਹਾ ਤੂੰ ਸਦੀਵ ਨਾਨਕ ਨਾਮ ਚੜ੍ਹਦੀ ਕਲਾ, ਤੂੰ ਹਰ ਪਲ ਚੜ੍ਹਦੀ ਕਲਾ 'ਚ ਰਹਿ। ਤੂੰ ਕਹੇ ਮੈਂ 9/9 ਆ, ਮੈਨੂੰ ਕੋਈ ਦੁੱਖ ਨਹੀਂ। ਔਰ ਸੱਚ ਵਿੱਚ ਇਹ ਬਿਰਤੀ ਬਣਾ ਕੇ 21 ਕੁ ਦਿਨ ਤੁਸੀਂ ਐਦਾਂ ਕਰਕੇ ਵੇਖਿਓ, 22ਵੇਂ ਦਿਨ ਤੁਹਾਨੂੰ ਖੁਦ ਲੱਗੇਗਾ, ਕਿਉਂਕਿ ਮਨੁੱਖੀ ਸੁਭਾਅ ਹੈ 21 ਦਿਨਾਂ 'ਚ ਇਹ ਸੁਭਾਅ ਗ੍ਰਹਿਣ ਕਰ ਲੈਂਦਾ। ਮੇਰੇ ਸਤਿਗੁਰੂ ਨੇ ਕਿਹਾ ਧਾਵਤ ਰਾਖੈ ਠਾਕ ਰਹਾਏ। ਬੰਦੇ ਨੇ ਮਨ ਨੂੰ ਕਿਹਾ ਅੱਜ ਗੁਰਦੁਆਰੇ ਜਾਣਾ ਹੈ, ਅੱਜ ਆਪਾਂ ਗੁਰੂ ਸ਼ਬਦ ਦਾ ਜਿਹੜਾ ਕੀਰਤਨ ਕਥਾ ਸਰਵਣ ਕਰਨੀ ਹੈ। ਪਹਿਲਾਂ ਤੇ ਮਨ ਨੇ ਬੜੀ ਆਲ ਮਟੋਲ ਕੀਤੀ, ਮੈਂ ਨਹੀਂ ਆਣਾ, ਮੈਂ ਨਹੀਂ ਆਣਾ। ਬੰਦਾ ਧੱਕੇ ਨਾਲ ਲੈ ਆਇਆ। ਮਨ ਜਦੋਂ ਦਹਲੀਜ਼ ਵਿੱਚ ਆਇਆ ਤੇ ਮਨ ਨੇ ਇੱਕ ਗੱਲ ਕਹਿ ਦਿੱਤੀ, ਕਹਿੰਦਾ ਲੈ ਤੇ ਧੱਕੇ ਨਾਲ ਆਇਆ, ਲੈ ਹੁਣ ਜੁੜ ਕੇ ਵਿਖਾ, ਹੱਥ 'ਚ ਗੁਟਕਾ ਸੁਖਮਨੀ ਸਾਹਿਬ ਦਾ ਹੈ। ਪਰ ਇੱਕ ਅਸ਼ਟਪਦੀ ਵੀ ਮਨ ਦੀ ਹਾਜ਼ਰੀ 'ਚ ਨਹੀਂ ਪੜੀ ਜਾਂਦੀ, ਮਨ ਬਾਹਰ ਉਡਾਰੀਆਂ ਮਾਰਦਾ ਹੈ, ਮਨ ਟਿਕਾ ਵਿੱਚ ਨਹੀਂ। ਸਤਿਗੁਰੂ ਕਹਿਣ ਲੱਗੇ ਧਾਵਤ ਰਾਖੈ ਠਾਕ ਰਹਾਏ। ਅੱਜ ਗੁਰੂ ਨੇ ਉਹ ਦੌੜਦੇ ਹੋਏ ਮਨ ਨੂੰ ਟਿਕਾ ਦਿੱਤਾ। ਕਹਿਣ ਲੱਗੇ ਗੁਰ ਕੀ ਬਾਣੀ ਅਨ ਦਿਨ ਗਾਵੇ, ਸਹਜੇ ਭਗਤ ਕਰਾਵਣਿਆ। ਹੁਣ ਹਰ ਪਲ ਹਰ ਘੜੀ ਗੁਰੂ ਕੀ ਬਾਣੀ ਭਾਵ ਸ਼ਬਦ ਨਾਲ ਜੁੜਿਆ, ਉਹਦਿਆਂ ਗੁਣਾਂ ਨੂੰ ਗਾਉਂਦਾ, ਉਹਦੀ ਆਰਾਧਨਾ ਕਰਦਾ, ਭਗਤੀ ਵਿੱਚ ਜੁੜਦਾ। ਫਿਰ ਕਹਿਣ ਲੱਗੇ ਇਸ ਕਾਇਆ ਅੰਦਰ ਵਸਤ ਅਸੰਖਾ। ਆ ਕਾਇਆ ਜੀ ਸਰੀਰ ਅੰਦਰ, ਸਾਹਿਬ ਕਹਿੰਦੇ ਬੜੀਆਂ ਚੀਜ਼ਾਂ ਨੇ। ਆਖਿਆ ਜੀ ਕੋਈ ਗਿਣਤੀ ਹੈ? ਸਤਿਗੁਰੂ ਜੀ ਦੀ ਪਾਵਨ ਬਾਣੀ ਚੋਂ ਸ਼ਬਦ ਆਇਆ, ਕਹਿਣ ਲੱਗੇ ਜੋ ਬ੍ਰਹਮੰਡੇ, ਆ ਬ੍ਰਹਮੰਡ 'ਚ ਕਿੰਨਾ ਕੁਝ ਹੈ, ਉਹਦੀ ਗਿਣਤੀ ਥੋੜਾ ਜੀ। ਜੋ ਬ੍ਰਹਮੰਡੇ, ਹਜ਼ੂਰ ਕਹਿੰਦੇ ਸੋਈ ਪਿੰਡੇ। ਇਸੇ ਕਾਇਆ ਵਿੱਚ ਇੰਨਾ ਕੁਝ ਹੈ। ਸਤਿਗੁਰੂ ਜੀ ਨੇ ਰਹਿਮ ਕੀਤਾ, ਕਹਿਣ ਲੱਗੇ ਇਹ ਕਾਇਆ ਦੇ ਅੰਦਰ, ਇਸ ਕਾਇਆ ਅੰਦਰ ਵਸਤ ਅਸੰਖਾ। ਜਦੋਂ ਅਸੰਖ ਸ਼ਬਦ ਆ ਜਾਏ ਨਾ, ਆਪ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਹੋ, 3 ਪੌੜੀਆਂ 'ਚ ਹਜ਼ੂਰ ਨੇ ਅਸੰਖ ਸ਼ਬਦ ਵਰਤਿਆ, ਕਿਉਂਕਿ ਇਕਾਈ ਦੁਹਾਈ ਸੈਂਕੜਾ ਹਜ਼ਾਰ ਦਹਿ ਲੱਖ ਲੱਖ ਕਰੋੜ ਅਰਬ ਖਰਬ ਪਦਮ ਨੀਲ, ਤੇ ਅਖੀਰ ਤੇ ਜਿੱਥੇ ਗਿਣਤੀ ਮੁੱਕ ਜਾਏ ਉੱਥੇ ਸ਼ਬਦ ਵਰਤ ਲਿਆ ਅਸੰਖ। ਸਤਿਗੁਰੂ ਕਹਿਣ ਲੱਗੇ ਕਾਇਆ ਅੰਦਰ ਅਨੇਕਾਂ ਹੀ ਅਸੰਖਾਂ ਹੀ ਵਸਤੂਆਂ ਹਨ। ਕਹਿਣ ਲੱਗੇ ਹਾਂ ਗੁਰਮੁਖ ਸਾਚ ਮਿਲੇ ਤਾਂ ਵੇਖਾਂ, ਪਰ ਮੈਨੂੰ ਨਜ਼ਰ ਨਹੀਂ ਆਈ, ਕਿਉਂਕਿ ਮੈਂ ਗੁਰੂ ਕੋਲ ਨਹੀਂ ਨਾ ਬੈਠਾ। ਜੇ ਮੈਂ ਗੁਰੂ ਕੋਲ ਬੈਠਦਾ
ਸਤਿਗੁਰੂ ਜੀ ਨੇ ਤਾਂ ਹੀ ਤੇ ਕਹਿ ਦਿੱਤਾ, ਕਹਿਣ ਲੱਗੇ ਇਸ ਕਾਇਆ ਵਿੱਚ ਗੋਹਜ ਰਤਨ ਵਿੱਚ ਲੁਕ ਰਹੇ, ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਇਹ ਸਰੀਰ ਦੇ ਅੰਦਰ ਇੱਕ ਜੁਗਤੀ ਟਿਕਾ ਦਿੱਤੀ ਜਿਹਨੂੰ ਧਰਮ ਦੀ ਜੁਗਤੀ ਕਹਿ ਦਿੱਤਾ। ਹੁਣ ਕੁੱਤੇ ਦੇ ਅੰਦਰ ਜੁਗਤੀ ਤੇ ਹੈ ਮਾਲਕ ਦੀ ਵਫਾਦਾਰੀ, ਮਾਲਕ ਦੇ ਹੁਕਮ ਦਾ ਪਾਬੰਦ ਹੋਣਾ। ਸਤਿਗੁਰੂ ਕਹਿੰਦੇ ਇਸ ਕਾਇਆ ਦੇ ਅੰਦਰ ਵੀ ਇੱਕ ਜੁਗਤ ਦਾ ਟਿਕਾ ਬਣਿਆ ਹੋਇਆ ਹੈ, ਔਰ ਉਸੇ ਜੁਗਤੀ ਦਾ ਨਾਮ ਹੀ ਧਰਮ ਹੈ। ਹਜ਼ੂਰ ਕਹਿਣ ਲੱਗੇ ਇਸ ਕਾਇਆ ਦੇ ਵਿੱਚ ਇੱਕ ਬੜੀ ਵੱਡੀ ਜੁਗਤੀ ਹੈ। ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜ ਰਤਨ ਵਿੱਚ ਲੁਕ ਰਹੇ। ਕੋਈ ਗੁਰਮੁਖ ਸੇਵਕ ਕੱਢੈ ਖੋਤ, ਕੋਈ ਗੁਰਮੁਖ ਬਣ ਕੇ ਗੁਰੂ ਕੋਲ ਆਵੇ, ਉਹ ਅੰਦਰੋਂ ਉਹ ਚੀਜ਼ ਨੂੰ ਪ੍ਰਗਟ ਕਰ ਲੈਂਦਾ। ਸਤਿਗੁਰੂ ਨੇ ਧਰਮ ਹੀ ਤੇ ਸਿਖਾਇਆ ਬੰਦੇ ਨੂੰ। ਕਹਿਣ ਲੱਗੇ ਆ ਮੈਂ ਤੈਨੂੰ ਦੱਸਣਾ ਚਾਹੁੰਦਾ, ਇਹਦੇ ਵਿੱਚ ਬਹੁਤ ਕੁਝ ਹੈ ਜੀ, ਕਿਵੇਂ ਨਜ਼ਰ ਆਏਗਾ। ਹਜ਼ੂਰ ਕਹਿਣ ਲੱਗੇ ਗੁਰੂ ਦੇ ਕੋਲ ਜਾਏਗਾ, ਗੁਰਮੁਖ ਸਾਚ ਮਿਲੇ ਤਾਂ ਵੇਖਾਂ, ਗੁਰੂ ਕੋਲ ਜਾਏਗਾ ਤੈਨੂੰ ਨਜ਼ਰ ਆਏਗਾ। ਫਿਰ ਬਚਨ ਕੀਤਾ 9 ਦਰਵਾਜੇ 10ਵੇਂ ਮੁਕਤਾ, ਅਨਹਦ ਸ਼ਬਦ ਵਜਾਵਣਿਆ। ਸਤਿਗੁਰੂ ਕਹਿੰਦੇ 9 ਦੁਆਰੇ ਉਹ ਨੇ ਸਰੀਰ ਦੇ ਜਿਹੜੇ ਬਾਹਰੀ ਪ੍ਰਗਟ ਨੇ, ਜਿਨ੍ਹਾਂ ਦਾ ਸੰਬੰਧ ਵੀ ਬਾਹਰ ਹੈ, ਜਿਹੜੇ ਜੋੜਦੇ ਵੀ ਬਾਹਰ ਨਾਲ ਨੇ। ਅੱਖਾਂ ਬਾਹਰ ਤੋਂ ਹੀ ਵਿਖਾਣ ਗਿਆ ਨਾ ਵੀ ਜੀ ਕੀ ਪਿਆ ਏ। ਹਜ਼ੂਰ ਕਹਿਣ ਲੱਗੇ ਆ ਨਾਸਕਾ ਬਾਹਰ ਦੀ ਸੁਗੰਧੀ ਲੈ ਕੇ ਕਹੇਗੀ ਕੀ ਪਿਆ। ਇਹ ਕੰਨ ਬਾਹਰ ਤੋਂ ਸ਼ਬਦ ਸੁਣ ਕੇ ਅੰਦਰ ਸੁਨੇਹਾ ਪਹੁੰਚਾਉਣ ਵਾਲੇ ਨੇ। 2 ਮਲ ਦੁਆਰ ਗੰਦਗੀ ਦੇ। ਹਜ਼ੂਰ ਕਹਿਣ ਲੱਗੇ ਇਹ ਕੱਲਾ ਕੱਲਾ ਦੁਆਰਾ ਬਾਹਰ ਨਾਲ ਜੋੜਦਾ। 9 ਪ੍ਰਗਟ ਕਰਤੇ। ਆਖਿਆ ਜੀ 10ਵਾਂ। ਹੁਣ ਖਿਆਲ ਕਰਿਓ, ਆਪ ਜੀ ਸਹਿਜ ਨਾਲ ਬਚਨਾਂ ਨੂੰ ਸਰਵਣ ਕਰਿਆ ਜੇ। ਅਸਲ ਵਿੱਚ ਨਾ 10ਵੇਂ ਦੁਆਰ ਦੀ ਜਦੋਂ ਵੀ ਗੱਲ ਚੱਲੀ, ਅਸੀਂ ਤਕਰੀਬਨ ਅਰਥ ਕਰ ਦਿੱਤੇ ਜੋਗੀਆਂ ਵਾਲੇ। ਜੋ ਉਹਨਾਂ ਨੇ ਕਿਹਾ ਮਨੁੱਖ ਉਹਦੇ ਤੇ ਆ ਕੇ ਟਿਕ ਗਿਆ। ਪਰ ਖਿਆਲ ਕਰਿਓ 3 ਸਮੇਂ ਜੋਗੀਆਂ ਨਾਲ ਗੋਸ਼ਟਾਂ ਹੋਈਆਂ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ। ਹਜ਼ੂਰ ਨੇ ਇੱਕ ਵੀ ਸ਼ਬਦ ਜੋਗ ਦੇ ਸੰਬੰਧ ਵਿੱਚ ਜਾਂ ਜੋਗੀਆਂ ਦਾ ਜਿਹੜਾ ਉਹਨਾਂ ਦਾ ਉਚਾਰਨ ਕੀਤਾ ਹੋਇਆ ਹੋਵੇ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ 'ਚ ਜਗ੍ਹਾ ਨਹੀਂ ਦਿੱਤੀ। ਬੜੇ ਭਗਤ ਐਸੇ ਨੇ ਜਿਨ੍ਹਾਂ ਨੂੰ ਹਜ਼ੂਰ ਨਹੀਂ ਮਿਲੇ ਪਰ ਉਹਨਾਂ ਦੀ ਬਾਣੀ ਦਰਜ ਹੈ। ਜੋਗੀਆਂ ਦੀ ਕਿਉਂ ਨਹੀਂ? ਕਿਉਂਕਿ ਸਤਿਗੁਰੂ ਨੇ ਜੇ ਉਹਨਾਂ ਨਾਲ ਵਾਰਤਾਲਾਪ ਕੀਤਾ ਵੀ, ਆਪਾਂ ਸਿੱਧ ਗੋਸ਼ਟ ਪੜ੍ਹਦੇ ਹਾਂ ਤੇ ਉਹਦੇ ਵਿੱਚ ਜੇ ਵਾਰਤਾਲਾਪ ਹੋਇਆ ਵੀ ਉਹਨੂੰ ਆਪਣਿਆਂ ਸ਼ਬਦਾਂ ਵਿੱਚ ਅੰਕਿਤ ਕਰ ਦਿੱਤਾ। ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ ਜਦੋਂ ਦਰਪਣ ਲਿਖਿਆ ਨਾ ਜੀ, ਟੀਕਾ ਲਿਖਿਆ, ਤੇ ਉਹਨਾਂ ਨੇ 10ਵੇਂ ਦੁਆਰ ਦੇ ਅੱਖਰੀ ਅਰਥ ਕੀਤੇ। ਕਹਿਣ ਲੱਗੇ ਤੇਰੀ ਅੰਦਰ ਦੀ ਸੋਚ, ਤੇਰੇ ਅੰਦਰ ਦੇ ਵਿਚਾਰ 9 ਦਰਵਾਜੇ ਪ੍ਰਗਟ ਕੀਏ, 10ਵਾਂ ਗੁਪਤ ਹੈ। ਉਹ ਜਿਹੜਾ ਗੁਪਤ ਦਰਵਾਜ਼ਾ ਇਹਨਾਂ ਅੰਦਰ ਸੋਚ ਬੈਠੀ ਹੈ ਉਹ ਤੇਰੇ ਨਾਲ ਗੱਲ ਕਰਦੀ ਹੈ। ਇਹਨਾਂ ਅੱਖਾਂ ਨਾਲ ਵੇਖਣ ਵਾਲਿਆ ਸਾਹਮਣੇ ਵਾਲੇ ਬੱਚੇ ਨੂੰ ਧੀ ਦੇ ਰੂਪ 'ਚ ਵੇਖਣਾ, ਭੈਣ ਦੇ ਰੂਪ 'ਚ ਵੇਖਣਾ, ਮਾਂ ਦੇ ਰੂਪ ਵਿੱਚ ਵੇਖਣਾ, ਜਾਂ ਵਿਸ਼ੈਲੀ ਨਜ਼ਰ ਨਾਲ ਭੈੜੀ ਨਜ਼ਰ ਨਾਲ ਵੇਖਣਾ। ਉਹ ਅੰਦਰੋਂ ਗੱਲ ਆਏਗੀ। ਸਾਹਮਣੇ ਬੰਦੇ ਨੇ ਕੁਝ ਕਬੋਲ ਬੋਲਿਆ, ਅੰਦਰ ਤੋਂ ਜਿਹੜਾ ਗੁਪਤ ਬੈਠਾ ਨਾ ਉਹਨੇ ਸੁਨੇਹਾ ਦੇ ਦਿੱਤਾ। ਇਹਨੂੰ ਭੈੜੇ ਲਫ਼ਜ਼ ਕਬੋਲ ਬੋਲਣੇ ਸ਼ੁਰੂ ਕਰ ਦੇ, ਬੰਦਾ ਉਧਰ ਨੂੰ ਚਲਾ ਗਿਆ। ਸਤਿਗੁਰੂ ਕਹਿਣ ਲੱਗੇ ਜਦੋਂ ਗੁਰੂ ਕੋਲ ਆਏਗਾ ਨਾ, 10ਵਾਂ ਜਿਹੜਾ ਗੁਪਤ ਹੈ ਨਾ, 9 ਦੁਆਰ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਵਨ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਦਿਖਾਇਆ। ਉਹ ਜਿਹੜੀ ਅੰਦਰ ਦੀ ਅਵਸਥਾ ਹੈ ਨਾ, ਪਤਾ ਨਹੀਂ ਲੱਗਦਾ ਕਿਸੇ ਨੂੰ। ਕਹਿਣ ਲੱਗੇ ਉਹ 10ਵਾਂ ਤੈਨੂੰ ਨਜ਼ਰ ਆਏਗਾ। 9 ਦਰਵਾਜੇ 10ਵੇਂ ਮੁਕਤਾ, ਅਨਹਦ ਸ਼ਬਦ ਵਜਾਉਣੇ ਆ। ਅੰਦਰ ਉਹ ਇੱਕ ਰਸ ਆਵਾਜ਼ਾ ਗੂੰਜੇਗਾ। ਫਿਰ ਕਹਿਣ ਲੱਗੇ ਸੱਚਾ ਸਾਹਿਬ ਸੱਚੀ ਨਾਈ, ਸਾਹਿਬ ਆਪ ਸੱਚਾ ਹੈ, ਉਹਦੀਆਂ ਵਡਿਆਈਆਂ ਵੀ ਸੱਚੀਆਂ ਹਨ। ਗੁਰ ਪ੍ਰਸਾਦੀ ਮਨ ਵਸਾਈ, ਗੁਰੂ ਦੀ ਕਿਰਪਾ ਨਾਲ ਇਹ ਵਡਿਆਈ ਹਿਰਦੇ 'ਚ ਵਸਦੀ ਹੈ ਜੀ। ਸਤਿਗੁਰੂ ਕਹਿਣ ਲੱਗੇ ਅਨ ਦਿਨ ਸਦਾ ਰਹਿ ਰੰਗ ਰਾਤਾ, ਦਰ ਸੱਚੈ ਸੋਜੀ ਪਾਵਣਿਆ। ਕਹਿਣ ਲੱਗੇ ਫਿਰ ਜਿਹੜੇ ਗੁਰੂ ਦੇ ਦਰ ਤੇ ਆ ਕੇ ਸੱਚੇ ਦੀ ਵਡਿਆਈ ਇਕੱਤਰ ਕਰਨ ਲੱਗ ਪਏ, ਉਹ ਸਦਾ ਹਰੀ ਦੇ ਰੰਗ ਵਿੱਚ ਰੰਗੇ ਗਏ, ਬੇਪਰਵਾਹ ਸਦਾ ਰੰਗ ਹਰਕੈ। ਉਹ ਸਦੀਵ ਉਹਦਿਆਂ ਰੰਗਾਂ ਦੇ ਵਿੱਚ ਚੜ੍ਹਦੀ ਕਲਾ ਵਿੱਚ ਵਿਚਰਦੇ ਨੇ। ਪਾਪ ਪੁੰਨ ਕੀ ਸਾਰ ਨਾ ਜਾਣੀ। ਹੁਣ ਪਾਪ ਤੇ ਪੁੰਨ ਕੀ ਹੈ? ਕੁਝ ਕਰਮ ਉਹ ਨੇ ਜਿਨ੍ਹਾਂ ਨੂੰ ਸਮਾਜ ਨੇ ਮਾੜੇ ਕੰਮ ਕਹਿਤਾ, ਉਹਨੂੰ ਹੀ ਧਰਮ ਦੇ ਖੇਤਰ ਵਿੱਚ ਪਾਪ ਕਿਹਾ। ਕੁਝ ਕਰਮ ਉਹ ਨੇ ਜਿਹੜੇ ਚੰਗੇ ਨੇ, ਉਹਨਾਂ ਨੂੰ ਧਰਮ ਦੇ ਖੇਤਰ 'ਚ ਪੁੰਨ ਕਹਿ ਦਿੱਤਾ। ਪਾਪ ਪੁੰਨ ਕੀ ਸਾਰ ਨਾ ਜਾਣੀ। ਤੂੰ ਪਾਪ ਤੇ ਪੁੰਨ ਦੀ ਸਾਰ ਨੂੰ, ਵਿਚਾਰਧਾਰਾ ਨੂੰ ਸਮਝ ਨਹੀਂ ਸਕਿਆ। ਦੂਜੈ ਲਾਗੀ ਭਰਮ ਭੁਲਾਣੀ,
ਭਾਦੋਏ ਭਰਮ ਭੁਲਾਣੀਆਂ। ਦੂਜਾ ਲੱਗਾ ਹੇਤ, ਕਹਿਣ ਲੱਗੇ ਆ ਦੂਜੀ ਮਾਇਆ ਦੇ ਭਰਮ ਵਿੱਚ ਆ ਕੇ ਨਾ ਪਾਪ ਪੁੰਨ ਦੇ ਰਸਤੇ ਮਾਰਗ ਤੇ ਚੱਲ ਕੇ ਕਹਿੰਦੇ ਤੂੰ ਭਟਕਣਾ ਦਾ ਮਾਰਗ ਜਿਹੜਾ ਉਹ ਗ੍ਰਹਿਣ ਕਰ ਲਿਆ। ਅਗਿਆਨੀ ਅੰਧਾ ਮਗ ਨਾ ਜਾਣੇ, ਫਿਰ ਆਵਣ ਜਾਵਣਿਆ। ਹਜ਼ੂਰ ਕਹਿੰਦੇ ਐ ਅਗਿਆਨੀ ਇਨਸਾਨ, ਤੈਨੂੰ ਰਸਤੇ ਦਾ ਹੀ ਨਹੀਂ ਪਤਾ ਲੱਗਾ। ਆ ਜਿਹੜਾ ਜੰਮ ਮਰੈ ਫਿਰ ਜੰਮੈ, ਆਵਾਗਮਨ ਤੇਰੇ ਤੇ ਬਣਿਆ ਨਾ, ਉਹਦਾ ਕਾਰਨ ਹੈ ਤੂੰ ਅਗਿਆਨਤਾ ਵਿੱਚ ਜੀਵਨ ਬਸਰ ਕਰਕੇ ਚੱਲੇ ਐ। ਫਿਰ ਕਹਿਣ ਲੱਗੇ ਗੁਰ ਸੇਵਾ ਤੇ ਸਦਾ ਸੁਖ ਪਾਇਆ। ਪਹਿਲਾਂ ਵੀ ਸ਼ਬਦ ਵਰਤਿਆ ਵੀ ਤੇਰਾ ਸੇਵਾ ਦੇ ਵਿੱਚ ਸੇਵਾ ਸੁਰਤ, ਸ਼ਬਦ ਚਿੱਤ ਲਾਏ ਤੇਰਾ ਚਿੱਤ ਸੇਵਾ ਵਿੱਚ ਟਿਕੇਗਾ। ਹੁਣ ਫਿਰ ਦੱਸਿਆ ਮਿੱਤਰ ਜੀਓ, ਗੁਰ ਸੇਵਾ ਤੇ ਸਦਾ ਸੁਖ ਪਾਇਆ। ਜਿਨ੍ਹਾਂ ਨੇ ਸੇਵਾਵਾਂ ਕਮਾਈਆਂ ਉਹਨਾਂ ਨੂੰ ਸਦਾ ਸੁਖ ਬਣਿਆ। ਹਉ ਮੈਂ ਮੇਰਾ ਠਾਕਰ ਵਸਾਇਆ, ਹਉ ਮੈਂ ਮੇਰਾ ਠਾਕਰ ਹਾਇਆ। ਕਹਿਣ ਲੱਗੇ ਜਿਨ੍ਹਾਂ ਨੇ ਸੇਵਾ ਨੂੰ ਹਉਮੈ ਦੇ ਨਾਲ ਤਿਆਗ ਦਿੱਤਾ, ਦੂਰ ਹੋ ਗਏ, ਉਹਨਾਂ ਦੇ ਜੀਵਨ ਵਿੱਚ ਰੁਕਾਵਟਾਂ ਖੜੀਆਂ ਹੋ ਗਈਆਂ। ਕਹਿਣ ਲੱਗੇ ਗੁਰ ਸਾਖੀ ਮਿਟਿਆ ਅੰਧਿਆਰਾ, ਬੱਜਰ ਕਪਾਟ ਖੁਲਾਵਣਿਆ। ਹੁਣ ਗੁਰੂ ਦੀ ਸਿੱਖਿਆ ਨਾਲ ਨਾ ਜੀ ਅੰਦਰੋਂ ਹਨੇਰਾ ਖਤਮ ਹੋ ਗਿਆ ਤੇ ਜਿਹੜੇ ਬੱਜਰ ਬੜੇ ਭਾਰੇ ਦਰਵਾਜ਼ੇ ਕਪਾਟ ਲੱਗੇ ਸੀ ਨਾ ਉਹ ਖੁੱਲ ਗਏ। ਅਰ ਸੱਚ ਵਿੱਚ ਬੜੇ ਭੈੜੇ ਦਰਵਾਜ਼ੇ ਨੇ। ਮਨੁੱਖ ਜਨਮ ਲੈ ਲੈਂਦਾ, ਅੰਤਲੇ ਪਲ ਆ ਜਾਂਦੇ ਨੇ, ਪਰ ਇਹ ਦਰਵਾਜ਼ੇ ਹੀ ਨਹੀਂ ਖੁੱਲਦੇ। ਬੱਜਰ ਕਪਾਟ ਕਦੀ ਉਗੜਦਾ ਹੀ ਨਹੀਂ। ਪਰ ਹਾਂ ਗੁਰੂ ਕੋਲ ਆ ਕੇ ਬੇਨਤੀ ਕਰੀਏ, ਮੇਰੀ ਕੋਈ ਪਾਇਆ ਨਹੀਂ ਦਾਤਾ, ਤੁਸੀਂ ਮਿਹਰ ਕਰੋ ਇਹ ਬੱਜਰ ਕਪਾਟ ਖੁੱਲ ਸਕਦੇ ਨੇ। ਫਿਰ ਹਜ਼ੂਰ ਆਪ ਵਿੱਚ ਵਰਤ ਕੇ ਉਹ ਖੋਲਦੇ ਨੇ। ਕਹਿਣ ਲੱਗੇ ਹਉ ਮੈਂ ਮਾਰ ਮਨ ਵਸਾਇਆ, ਗੁਰ ਚਰਣੀ ਸਦਾ ਚਿਤ ਲਾਇਆ। ਕਹਿੰਦੇ ਮਨੁੱਖ ਨੇ ਜਦੋਂ ਹਉਮੈ ਨੂੰ ਮਾਰ ਲਿਆ, ਮਨ ਵਿੱਚ ਗੁਰੂ ਦਾ ਸ਼ਬਦ ਟਿਕ ਗਿਆ ਨਾ, ਤੇ ਗੁਰੂ ਦੇ ਸ਼ਬਦ ਨਾਲ ਚਿੱਤ ਦੀ ਇੱਕ ਮਿਕਤਾ ਬਣ ਗਈ। ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਧਿਆਵਣਿਆ। ਕਹਿੰਦੇ ਫਿਰ ਗੁਰੂ ਕਿਰਪਾ ਕਰ ਦਿੰਦਾ, ਮਨ ਵੀ ਤੇ ਤਨ ਵੀ ਨਿਰਮਲ ਹੋ ਜਾਂਦਾ। ਜਿਹੜੀ ਗੱਲ ਆਪਾਂ ਆਰੰਭ ਤੇ ਕੀਤੀ ਸੀ, ਜੀਉ ਨਿਰਮਲ, ਬਾਹਰੋਂ ਜਿਹੜਾ ਨਾ ਉਧਰੋਂ ਵੀ ਨਿਰਮਲ। ਜਦੋਂ ਦੋਵਾਂ ਸਾਈਡਾਂ ਤੋਂ ਨਿਰਮਲ ਹੋ ਗਿਆ, ਹੁਣ ਜੋ ਮਨ ਵਿੱਚ ਹੈ ਉਹ ਮੁਖ ਵਿੱਚ ਆਏਗਾ। ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ ਜਿਨ੍ਹਾਂ ਨੇ ਆਪਣੇ ਅੰਦਰ ਇਹ ਗੁਰੂ ਦੀਆਂ ਰਹਿਮਤਾਂ ਪਵਾ ਲਈਆਂ, ਉਹਨਾਂ ਨੇ ਆਪਣਾ ਜੀਵਨ ਨਿਰਮਲ ਕਰ ਲਿਆ। ਜੀਵਨ ਮਰਨਾ ਸਭ ਤੁਧੈ ਤਾਈ। ਹਜ਼ੂਰ ਕਹਿੰਦੇ ਜਨਮ ਵੀ ਤੇ ਮਰਨ ਵੀ ਦੋਵੇਂ ਜਿਹੜੀਆਂ ਦਾਤਾ ਜੀ ਇਹ ਤੁਹਾਡੇ ਹੱਥ ਵਿੱਚ ਦਾਤਾ ਨੇ। ਪਰ ਸਤਿਗੁਰੂ ਇਹ ਹਰ ਇੱਕ ਨੂੰ ਥੋੜਾ ਮਿਲਦੀਆਂ। ਜਿਸ ਬਖਸ਼ੇ ਤਿਸ ਦੇ ਵਡਿਆਈ। ਜਿਹਦੇ ਤੇ ਗੁਰੂ ਤਰੁੱਠੇ ਨਾ ਜੀ, ਉਹਦੀ ਝੋਲੀ 'ਚ ਇਹ ਵਡਿਆਈਆਂ ਪਾਉਂਦਾ। ਅਸੀਂ ਆਉਂਦੇ ਸਾਰੇ ਹੀ ਆ। ਵੇਖੋ ਇੱਕ ਗੱਲ ਯਾਦ ਰੱਖਿਓ, ਸਾਹਿਬ ਹੱਥ ਵਡਿਆਈਆਂ ਨੇ। ਬੰਦਾ ਨਾ ਦੂਜੇ ਤੋਂ ਜੈਲਸੀ ਤਾਂ ਕਰਦਾ, ਮੈਂ ਇਹਦੇ ਜਿੰਨਾ ਉੱਚਾ ਹੋ ਜਾਵਾਂ, ਇਹਦੇ ਜਿੰਨਾ ਸੁੱਚਾ ਹੋ ਜਾਵਾਂ, ਦੁਨੀਆ ਮੇਰੀ ਪਹਿਚਾਣ ਕਰੇ। ਪਰ ਸਤਿਗੁਰੂ ਕਹਿਣ ਲੱਗੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੈ। ਜੇ ਤਿਸ ਨਦਰ ਨਾ ਆਵਈ, ਜੇ ਉਹਦੀਆਂ ਨਜ਼ਰਾਂ 'ਚ ਕਬੂਲਿਆ ਨਹੀਂ ਨਾ ਗਿਆ ਤਾਂ ਬਾਤ ਨਾ ਪੁੱਛਿਆ ਕਿ ਫਿਰ ਕੀ ਪਾਇਆ, ਕੀ ਸਮਰੱਥਾ, ਕੀ ਤਾਕਤ ਤੇਰੀ ਹੈ। ਸਾਹਿਬ ਕਹਿੰਦੇ ਜਿਸ ਬਖਸ਼ੇ ਤਿਸ ਦੇ ਵਡਿਆਈ। ਸਾਡੀਆਂ ਵਡਿਆਈਆਂ ਨਹੀਂ ਤੇ ਸਾਡਾ ਸਾਰਾ ਕੁਝ ਵਿਗਾੜਿਆ ਜੀ। ਮੈਂ ਖਿਮਾ ਮੰਗਾ, ਵੇਖੋ ਵਿਆਹ ਕਰੀਦਾ, ਸ਼ਾਦੀਆਂ ਕਰੀਦੀਆਂ, ਕੋਈ ਵੀ ਕੰਮ ਕਰੀਦਾ ਤੇ ਇੱਕ ਵਡਿਆਈ ਦੀ ਭੁੱਖੀ ਹੈ। ਮੈਂ ਆਹ ਕਰਨਾ ਹੈ, ਇੰਨਾ ਕੁ ਸੋਨਾ ਪਾਓ, ਇੰਨਿਆਂ ਕੁ ਲੋਕਾਂ ਦੇ ਵਿੱਚ ਸਦੜਾ ਦੇ ਕੇ ਆਵਾਂ, ਆਹ ਕੁਝ ਕਰਾਂ। ਉਹ ਸਾਰੀ ਅੰਦਰ ਦੀ ਵਡਿਆਈ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਆਵਾਜ਼ ਮਾਰ ਕੇ ਕਿਹਾ। ਕਹਿਣ ਲੱਗੇ ਆ ਜਿਹੜੀਆਂ ਦੁਨੀਆ ਦੀਆਂ ਵਡਿਆਈਆਂ ਨਾ, ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ, ਅੱਗ ਲਾ ਕੇ ਸਾੜ ਦੇਣਾ ਵਡਿਆਈਆਂ ਨੂੰ। ਇਹਨਾਂ ਵਡਿਆਈਆਂ ਨੇ ਤੈਨੂੰ ਬੰਦਗੀ ਤੋਂ, ਭਗਤੀ ਤੋਂ, ਪਰਮੇਸ਼ਵਰ ਦੀ ਆਰਾਧਨਾ ਤੋਂ ਦੂਰ ਕਰ ਦਿੱਤਾ ਹੈ। ਸਤਿਗੁਰੂ ਕਹਿਣ ਲੱਗੇ ਉਹਦੇ ਚਰਨਾਂ ਤੇ ਭਵਰਾ ਬਣ ਕੇ ਆ। ਜਿਸ ਬਖਸ਼ੇ ਤਿਸ ਦੇ ਵਡਿਆਈ। ਨਿਮਾਣਾ ਜਿਹਾ ਕੋਈ ਆਇਆ ਸੀ, ਸਤਿਗੁਰੂ ਮਾਂ ਵੀ ਚਲੀ ਗਈ ਹੈ, ਹਜ਼ੂਰ ਦਾਤਾ ਪਿਓ ਵੀ ਚਲਾ ਗਿਆ ਹੈ, ਨਾਨੀ ਦੇ ਘਰ ਆਇਆ ਵਾਂ, ਇੱਥੇ ਕੁਝ ਜੋ ਕੁਝ ਮਿਲਦਾ ਛਕ ਲੈਣਾ। ਨਾਨੀ ਦੇ ਘਰੋਂ ਵੀ ਤੇ ਉਦੋਂ ਤੁਸੀਂ ਆਏ ਸੀ ਗੁਰੂ ਅਮਰਦਾਸ ਦਾਤਾ, ਤੁਸੀਂ ਵੀ ਗੱਲ ਕੀਤੀ ਸੀ, ਤੇ ਉਹਦੇ ਤੋਂ ਬਾਅਦ ਮੈਂ ਅੱਜ ਤੁਹਾਡੇ ਕੋਲ ਆਇਆ। ਉਸ ਘਰ ਨੇ ਐਡੀਆਂ ਵਡਿਆਈਆਂ ਝੋਲੀ 'ਚ ਪਾ ਦਿੱਤੀਆਂ। ਸਭ ਤੋਂ ਪਹਿਲਾ ਕਰਮ ਇਹ ਕੀਤਾ
ਜੇਠਿਆ ਹੋ ਸਕਦਾ ਸਮਾਜ ਤੇਰੇ ਤੇ ਬੜੀਆਂ ਊਝਾਂ ਲਾਵੇ, ਤੇਰੇ ਆਪਦੇ ਲਾਹੌਰ ਚੋਂ ਗੱਲਾਂ ਉੱਠਣਗੀਆਂ, ਇਹਦੇ ਘਰ ਨਾਲ ਰਿਸ਼ਤਾ ਕੌਣ ਜੋੜੇ, ਕੌਣ ਧੀ ਦੇਗਾ ਜਿਨ੍ਹਾਂ ਦੇ ਸਿਰ ਤੇ 4 ਖਾਨਿਆਂ ਦੀ ਛੱਤ ਨਹੀਂ ਹੈ, ਤਨ ਤੇ ਪਾਣ ਨੂੰ ਕੱਪੜਾ ਨਹੀਂ। ਮੈਂ ਪਹਿਲਾ ਰਿਸ਼ਤਾ ਹੀ ਇੱਥੋਂ ਤਿਆਰ ਕਰਦਾ। ਦੁਨੀਆ ਬੜਾ ਕੁਝ ਕਹੇਗੀ ਵੀ ਗੁਰੂ ਅਮਰਦਾਸ ਜੀ ਨੇ ਕੀ ਕੁਝ ਵੇਖਿਆ, ਪਰ ਵਡਿਆਈਆਂ ਦੇਣੀਆਂ ਸਨ। ਸਤਿਗੁਰੂ ਨੇ ਧੀ ਦਾ ਰਿਸ਼ਤਾ ਦੇ ਦਿੱਤਾ ਬੀਬੀ ਭਾਨੀ ਹੋਣਾ ਦਾ, ਤੇ ਉਹਦੇ ਤੋਂ ਬਾਅਦ ਐਸੀ ਖੇਡ ਵਾਪਰੀ, ਉਹਨੇ ਵਡਿਆਈਆਂ ਪਰਮੇਸ਼ਵਰ ਦੇ ਘਰ ਦੇ ਵਿੱਚੋਂ ਮਿਲੀਆਂ, ਤੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਬਣ ਗਿਆ। ਹਜੂਰ ਕਹਿੰਦੇ ਜਿਸ ਬਖਸ਼ੇ ਜਿਹਨੂੰ ਬਖਸ਼ ਦਿਓ, ਤਿਸ ਦੇ ਵਡਿਆਈ ਉਹਨੂੰ ਵਡਿਆਈਆਂ ਮਿਲਦੀਆਂ। ਸਾਹਿਬ ਕਹਿੰਦੇ ਨਾਨਕ ਨਾਮ ਧਿਆਏ ਸਦਾ ਤੂੰ, ਜੰਮਣ ਮਰਨ ਸਵਾਰਨਿਆ। ਹੇ ਨਾਨਕ ਜੀ, ਆਓ ਉਸ ਵਾਹਿਗੁਰੂ ਪਰਮੇਸ਼ਵਰ ਨੂੰ ਸਦਾ ਧਿਆਈਏ, ਸਦਾ ਅਰਾਧੀਏ, ਜਿਹਦੇ ਨਾਲ ਜੁੜ ਕੇ ਸਾਡਾ ਜਨਮ ਤੇ ਮਰਨ ਸਵਰ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦਾਤਾ ਜੀ ਬਹੁੜੀ ਕਰਨ, ਬਖਸ਼ਿਸ਼ ਕਰਨ। ਨਾਨਕ ਨਾਮ ਧਿਆਏ ਸਦਾ ਤੂੰ, ਜੰਮਣ ਮਰਨ ਸਵਾਰਨਿਆ। ਇਸ ਮਾਰਗ ਦੇ ਅਸੀਂ ਪਾਂਧੀ ਬਣੀਏ। ਸਤਿਗੁਰੂ ਸਾਡਾ ਲੋਕ ਪਰਲੋਕ ਸਵਾਰਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਧੰਨਵਾਦ ਦਿੱਲੀ ਸਿੱਖ ਧਰਮ ਦਾ ਪ੍ਰਚਾਰ ਕਮੇਟੀ ਦਾ, ਜਿਨ੍ਹਾਂ ਨੇ ਇਹ ਸਮਾਂ ਤੇ ਸਬੱਬ ਬਣਾਇਆ। ਆਪ ਸੰਗਤਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਸ਼ੁਕਰਾਨਾ, ਜਿਨ੍ਹਾਂ ਹਾਜ਼ਰੀਆਂ ਭਰਨ ਦੀ ਸੁਮੱਤਿਆ ਬਖਸ਼ੀ। ਭੁੱਲਾਂ ਮੇਰੀਆਂ ਖਿਮਾ ਕਰਨੀਆਂ। ਬਚਨ ਸਤਿਗੁਰਾਂ ਦੇ ਹਿਰਦੇ ਵਸਾਉਣੇ। ਫਤਿਹ ਬੁਲਾਓ। ਸਤਿਗੁਰੂ ਸਭਨਾਂ ਨੂੰ ਚਰਨਾਂ ਨਾਲ ਜੋੜ ਕੇ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।